ਕਹਿੰਦੇ ਨੇ ਕਿ ਉਡਾਰੀ ਭਰਨ ਦੇ ਲਈ ਖੰਭਾਂ ਦੀ ਨਹੀਂ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਅੱਜ ਇਹ ਉਡਾਰੀ ਸਾਡੀ ਪੰਜਾਬ ਦੀ ਉਸ ਧੀ ਨੇ ਭਰੀ ਹੈ। ਉਸ ਪਿੰਡ ਤੋਂ ਬਿਜ਼ਨਸ ਦੀ ਸ਼ੁਰੂਆਤ ਕੀਤੀ ਜਿਸ ਪਿੰਡ ਦੇ ਵਿੱਚ ਕਦੇ ਮੋਬਾਈਲ ਨੈਟਵਰਕ ਨਹੀਂ ਸੀ ਆਉਂਦਾ। ਫਿਰ ਉਸੇ ਪਿੰਡ ਦੇ ਵਿੱਚ ਇੱਕ IT ਕੰਪਨੀ ਬਣਾ ਦਿੱਤੀ ਜਿੱਥੋਂ ਹੁਣ ਅਮਰੀਕਾ ਕੈਨੇਡਾ ਤੋਂ ਡੀਲਸ ਹੁੰਦੀਆਂ ਨੇ। ਜਿੰਨੀ એનર્ਜੀ ਤੁਹਾਨੂੰ ਤੁਹਾਡੇ ਮਾਂ-ਬਾਪ ਕੋਲ ਰਹਿ ਕੇ, ਤੁਹਾਡੀ ਆਪਣੀ ਮਿੱਟੀ 'ਚ ਰਹਿ ਕੇ ਜਿੱਥੋਂ ਤੁਸੀਂ ਆਪਣਾ ਬਚਪਨ ਗੁਜ਼ਾਰਿਆ, ਜਿੰਨੀ ਤੁਹਾਡੀ ਊਰਜਾ ਤੁਹਾਡੇ ਅੰਦਰ ਪੈਦਾ ਹੁੰਦੀ ਆ, ਉਹ ਕਿਸੇ ਹੋਰ ਜਗ੍ਹਾ ਤੇ ਪੈ ਕੇ ਉਹ ਊਰਜਾ ਨਹੀਂ ਪੈਦਾ ਹੋ ਸਕਦੀ। ਤੇ ਕੁਝ ਬਣਨ ਲਈ, ਕੁਝ ਵੱਖਰਾ ਕਰਨ ਲਈ ਊਰਜਾ ਦੀ ਬਹੁਤ ਜ਼ਰੂਰਤ ਹੈ, ਉਤਸ਼ਾਹ ਦੀ ਬੜੀ ਲੋੜ ਹੈ। ਕਿਹੜੇ ਹਾਲਾਤਾਂ 'ਚ ਪੜ੍ਹੇ ਸੀਗੇ? ਕਹਿੰਦੇ ਉਹ ਵੀ ਬੜੀ ਦਿਲਚਸਪ ਕਹਾਣੀ ਹੈ ਕਿ ਕਦੇ ਫੀਸ ਦੇ ਪੈਸੇ ਵੀ ਨਹੀਂ ਸੀ ਹੁੰਦੇ। ਇਹ ਜਿਹੜੀ ਕਸ਼ਮਕਸ਼ ਹੁੰਦੀ ਆ, ਇਹਨੂੰ ਕੋਈ ਪੋਜ਼ਿਟਿਵ ਲੈ ਸਕਦਾ ਤੇ ਕੋਈ ਨੈਗੇਟਿਵ। ਜੇ ਕੋਈ ਨੈਗੇਟਿਵ ਲਏਗਾ, ਉਹ ਕਹੇਗਾ ਫੀਸ ਤੇ ਤਾਰੀ ਨਹੀਂ ਜਾਣੀ, ਮੇਰੀ ਬੇਇੱਜ਼ਤੀ ਹੋਏਗੀ ਕਲਾਸ ਵਿੱਚ, ਪੇਪਰ 'ਚ ਮੈਨੂੰ ਪੁੱਛਿਆ ਜਾਏਗਾ ਖੜੇ ਹੋ ਕੇ ਤੇ ਕੀ ਮੈਂ ਪੜ੍ਹਨਾ, ਉਹਦਾ ਇਹ ਬਹਾਨਾ ਹੋਏਗਾ। ਬਿਜ਼ਨਸ 'ਚ ਨੂੰ ਲੱਗੇਗਾ ਕਿ ਪੈਸੇ ਤੇ ਇੰਨੇ ਹੈ ਨਹੀਂ, ਹੈ ਨਾ, ਅਸੀਂ ਲਾਸ 'ਚ ਜਾ ਰਹੇ ਹਾਂ ਤੇ ਕੀ ਕਰਨਾ, ਇੰਨੀ ਮਿਹਨਤ ਕਰਕੇ ਮੈਂ ਆਪਣੇ ਆਪ ਨੂੰ ਨੈਗੇਟਿਵ ਕਰ ਲਾਂ। ਪਰ ਮੇਰੀ ਸੋਚ ਬਹੁਤ ਉਲਟ ਆ। ਜਦੋਂ ਪੈਸੇ ਨਹੀਂ ਹੈਗੇ ਉਦੋਂ ਫਿਰ ਜੀ ਤੋੜ ਪੜ੍ਹਨਾ। ਠੀਕ ਹੈ, ਟੀਚਾ ਮੇਰਾ ਇਹੀ ਸੀ ਕਿ ਇੱਕ 6000 ਵਾਲਾ ਬੱਚਾ ਜਿਹੜਾ ਵਾ ਉਹ 60000 ਤੇ ਕਿੱਦਾਂ ਲੈ ਕੇ ਆਉਣਾ, ਇੱਕ 10000 ਕਮਾਉਣ ਵਾਲਾ ਇੰਪਲੋਈ 1 ਲੱਖ ਤੇ ਕਿੱਦਾਂ ਲੈ ਕੇ ਆਉਣਾ। ਸੋ ਟੀਚਾ ਜਿਹੜਾ ਵਾ ਉਹ ਮੇਰਾ ਕੰਪਲੀਟ ਹੋ ਚੁੱਕਾ। ਇੱਕ ਸਵਾਲ ਸਰ ਦੇ ਮਨ 'ਚ ਹੋਣਾ ਵੀ ਤਨਖਾਹਾਂ ਮੋਟੀਆਂ ਮਿਲਦੀਆਂ ਨੇ, ਸਿੱਧੇ ਸ਼ਬਦਾਂ ਦੇ ਵਿੱਚ ਮੈਂ ਕਹਾਂ ਵੀ ਲੱਖ ਰੁਪਏ ਵਾਲੇ ਇੰਪਲੋਈ ਵੀ ਹੈਗੇ। ਹਾਂਜੀ, ਬਿਲਕੁਲ ਤਨਖਾਹਾਂ ਜਿਹੜੀਆਂ ਉਹ ਅੱਛੀਆਂ ਮਿਲਦੀਆਂ। IT ਦਾ ਸੈਕਟਰ ਹੀ ਇਹ ਆ ਕਿ IT ਦੇ ਵਿੱਚ ਤੁਹਾਨੂੰ ਵਾਈਟ ਕਾਲਰ ਜੌਬਸ ਹੀ ਮਿਲਣੀਆਂ। ਠੀਕ ਹੈ, ਸੋ IT ਦੇ ਵਿੱਚ IT ਨੂੰ ਸਮਝਣਾ ਚਾਹੀਦਾ। ਉਹਨਾਂ ਦੀਆਂ ਤਨਖਾਹਾਂ ਜ਼ਿਆਦਾ ਹੋਣ ਦਾ ਕਾਰਨ, ਠੀਕ ਹੈ, ਇਹੀ ਆ ਕਿ ਉਹਨਾਂ ਦਾ ਦਿਮਾਗ ਬਹੁਤ ਜ਼ਿਆਦਾ ਲੱਗਦਾ। ਠੀਕ ਹੈ, ਉਹਨਾਂ ਨੂੰ ਓਨਾ ਹੀ ਆਰਾਮ ਚਾਹੀਦਾ। ਸੋ ਜੇ ਆਪਾਂ ਉਹਨਾਂ ਨੂੰ ਵਕਤ ਦਾ ਆਰਾਮ ਨਹੀਂ ਦੇ ਸਕਦੇ ਤੇ ਉਹ ਪੈਸੇ ਦਾ ਆਰਾਮ ਜਿਹੜਾ ਉਹਨਾਂ ਨੂੰ ਚਾਹੀਦਾ, ਕਿਉਂਕਿ ਉਹਨਾਂ ਨੂੰ ਬਹੁਤ ਐਫਰਟ ਕਰਨਾ ਪੈਂਦਾ। ਇਟ ਇਜ਼ ਅ ਵੈਰੀ ਟਫ ਜੌਬ। ਮੇਰੀ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਬਾਹਰ ਜਾ ਕੇ ਸੈਟਲ ਹੋਣਾ ਆ, ਬਿਕਾਜ਼ ਮੇਰੇ ਸਾਰੇ ਕਜ਼ਨਸ ਬਾਹਰ ਨੇ। ਤੇ ਮੈਂ ਸਟਾਰਟਿੰਗ 'ਚ ਨਾਂ ਤਾਂ ਬਹੁਤ ਸੁਣਿਆ ਸੀਗਾ ਸਿੰਬਾ ਗੋਟਸ ਦਾ। ਮੈਨੂੰ ਇੰਨਾ ਸੀਗਾ ਕਿ ਇੱਥੇ ਕੰਮ ਸਾਰਾ ਫੋਰਨ ਦਾ ਹੀ ਹੁੰਦਾ ਆ ਤੇ ਮੈਨੂੰ ਬਹੁਤ ਇੱਥੇ ਜੇ ਮੈਂ ਐਕਸਪੀਰੀਅੰਸ ਕਰ ਲੈਣਾ ਮੈਨੂੰ ਬਾਹਰ ਬਹੁਤ ਫਾਇਦਾ ਹੋਊਗਾ। ਮੈਂ ਆਹ ਸੋਚ ਕੇ ਆਇਆ ਸੀਗਾ, ਬਟ ਮੈਂ ਇੱਥੇ ਆ ਕੇ ਦੇਖਿਆ ਤੇ ਮੈਨੂੰ ਲੱਗਾ ਨਹੀਂ ਕਿ ਟਾਂਗਰੇ ਦੇ ਵਿੱਚ ਕਿੱਦਾਂ ਦੀ ਕੋਈ ਚੀਜ਼ ਹੋ ਸਕਦੀ ਆ, ਕਿ ਪਿੰਡ ਵਿੱਚ ਕੀ ਹੋ ਜਾਊਗਾ ਨਾ, ਮੈਨੂੰ ਇੱਦਾਂ ਸੀਗਾ। ਬਟ ਮੈਂ ਆ ਕੇ ਦੇਖਿਆ ਤੇ ਮੈਂ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਮੈਨੂੰ ਇੱਥੇ ਕਿ ਕਿਵੇਂ ਕਿਸ ਲੈਵਲ ਦਾ ਕੰਮ ਹੋ ਰਿਹਾ ਆ। ਸ਼ੁਰੂਆਤ ਦੇ ਵਿੱਚ ਕਿੰਨੇ ਲੋਕਾਂ ਦੇ ਨਾਲ ਸ਼ੁਰੂਆਤ ਕੀਤੀ ਸੀਗੀ ਇਸ ਬਿਜ਼ਨਸ ਦੀ ਔਰ ਅੱਜ ਕੀ ਹਾਲਾਤ ਨੇ? ਸੋ ਮੈਂ ਤੇ 2-3 ਜਾਣਿਆਂ ਤੋਂ ਸਟਾਰਟ ਕੀਤਾ ਆਪਣਾ ਬਿਜ਼ਨਸ ਤੇ ਹੌਲੀ ਹੌਲੀ ਅਸੀਂ ਟੀਮ ਮੈਂਬਰ ਜਿਹੜੇ ਐਡ ਕਰਦੇ ਰਹੇ। ਅਸੀਂ ਬੜਾ ਆਰਗੈਨਿਕਲੀ ਗਰੋ ਕੀਤਾ। ਅਸੀਂ ਆਰਗੈਨਿਕ ਸਬਜ਼ੀਆਂ ਜਿੱਦਾਂ ਹੁੰਦੀਆਂ ਕਿ ਅਸੀਂ ਕਹਿੰਦੇ ਕਿ ਉਹ 'ਚ ਕੁਛ ਨਹੀਂ ਉਲਟਾ ਪੁਲਟਾ ਪਾਇਆ ਤੇ ਆਪਣੇ ਆਪ ਬਣੀਆਂ ਨੇ, ਲੱਗ ਜਾਊਗਾ ਉਹਨਾਂ ਨੂੰ ਤਿਆਰ। ਹਾਂ, ਸੋ ਉਹੀ ਆ ਬਸ ਕਿ ਸਾਡਾ ਵੀ ਇੱਕ ਆਰਗੈਨਿਕ ਬਿਜ਼ਨਸ ਹੈ ਕਿ ਜਿਹੜਾ ਆਪਣੇ ਆਪ ਹੀ 2 ਤੋਂ 120 ਹੋ ਗਿਆ ਅੱਜ। ਅੱਛਾ ਮੈਮ, ਆਪਾਂ ਬੜੀਆਂ ਸੋਸ਼ਲ ਮੀਡੀਆ 'ਤੇ ਤੁਹਾਡੀਆਂ ਤਸਵੀਰਾਂ ਦੇਖਦੇ ਹਾਂ, ਵੱਡੇ ਵੱਡੇ ਇੱਥੇ ਮੰਤਰੀ ਵੀ ਆ ਕੇ ਜਾਂਦੇ ਨੇ, ਦਿੱਲੀ ਦੇ ਡਿਪਟੀ CM ਇੱਥੇ ਆ ਕੇ ਜਾਂਦੇ ਨੇ, ਪੰਜਾਬ ਦੇ ਕਈ ਮੰਤਰੀ ਆ ਕੇ ਜਾਂਦੇ ਨੇ, ਇੱਥੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਨਾਲ ਮੁਲਾਕਾਤ ਕਰਦੇ ਨੇ, ਕੇਜਰੀਵਾਲ ਹੋਰੀ ਤੁਹਾਡੇ ਲਈ ਟਵੀਟ ਕਰਦੇ ਨੇ। ਉਹ ਕਿਸ ਤਰੀਕੇ ਦਾ ਐਕਸਪੀਰੀਅੰਸ ਉਹਨਾਂ ਦੇ ਨਾਲ ਪ੍ਰੈਜ਼ੈਂਟ ਕਰਨਾ, ਜਾਂ ਮੈਂ ਸਰਕਾਰ ਦੇ ਪੱਖੀ ਕਹਾਂ ਉਹ ਸਿਰਫ ਫੋਟੋਆਂ ਤੱਕ ਸੀਮਿਤ ਰਹਿ ਜਾਂਦਾ, ਜਾਂ ਕੋਈ ਤੁਹਾਨੂੰ ਜਾਂ ਕੰਪਨੀ ਨੂੰ ਕੋਈ ਮਦਦ ਵੀ ਮਿਲੇ? ਸੋ ਉਹੀ ਕਿ ਮਦਦ ਦੀ ਮੈਨੂੰ ਐਕਸਪੈਕਟੇਸ਼ਨ ਹੀ ਨਹੀਂ ਹੈਗੀ। ਸੋ ਮਦਦ ਦੀ ਮੈਂ ਕਦੀ, ਜੇ ਮੈਂ ਜਾਂ ਸਾਡੀ ਕੰਪਨੀ ਤੁਹਾਨੂੰ ਲੱਗਦਾ ਹੈ ਕਿ ਕਾਬਿਲ ਆ ਤੇ ਸਾਡੀ ਮਦਦ ਕਰ ਦਿਓ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਉਡਾਰੀ ਭਰਨ ਦੇ ਲਈ ਖੰਭਾਂ ਦੀ ਨਹੀਂ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਅੱਜ ਇਹ ਉਡਾਰੀ ਸਾਡੀ ਪੰਜਾਬ ਦੀ ਉਸ ਧੀ ਨੇ ਭਰੀ ਹੈ ਜਿਸ ਨੇ ਗਰੀਬੀ ਦੇ ਹੁੰਦਿਆਂ ਵੀ ਵਿੱਦਿਆ ਦੇ ਖੇਤਰ ਦੇ ਵਿੱਚ, ਪੜ੍ਹਾਈ ਦੇ ਖੇਤਰ ਦੇ ਵਿੱਚ ਟੌਪ ਕੀਤਾ। ਬਾਹਰੋਂ ਆਫਰਸ ਆਈਆਂ ਨੌਕਰੀ ਦੀਆਂ, ਪਰ ਉਹਨਾਂ ਨੂੰ ਠੋਕਰ ਮਾਰ ਕੇ ਬਿਜ਼ਨਸ ਸ਼ੁਰੂ ਕੀਤਾ ਪਿੰਡ ਤੋਂ ਹੀ। ਉਸ ਪਿੰਡ ਤੋਂ ਬਿਜ਼ਨਸ ਦੀ ਸ਼ੁਰੂਆਤ ਕੀਤੀ ਜਿਸ ਪਿੰਡ ਦੇ ਵਿੱਚ ਕਦੇ ਮੋਬਾਈਲ ਨੈਟਵਰਕ ਨਹੀਂ ਸੀ ਆਉਂਦਾ। ਫਿਰ ਉਸੇ ਪਿੰਡ ਦੇ ਵਿੱਚ ਇੱਕ IT ਕੰਪਨੀ ਬਣਾ ਦਿੱਤੀ ਜਿੱਥੋਂ ਹੁਣ ਅਮਰੀਕਾ ਕੈਨੇਡਾ ਤੋਂ ਡੀਲਸ ਹੁੰਦੀਆਂ ਨੇ। ਅਮਰੀਕਾ ਕੈਨੇਡਾ ਦੇ ਕਸਟਮਰਸ ਇਹਨਾਂ ਤੋਂ ਕੰਮ ਕਰਵਾਉਂਦੇ ਨੇ। ਸਾਡੇ ਨਾਲ ਮੈਡਮ ਮਨਦੀਪ ਕੌਰ
ਟਾਂਗਰਾ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬੜੀ ਸੰਘਰਸ਼ਮਈ ਜ਼ਿੰਦਗੀ ਜੀ ਰਹੇ ਨੇ ਅੱਜ ਵੀ। ਕਈ ਵਾਰ ਮਜਬੂਰੀਆਂ, ਪਰੇਸ਼ਾਨੀਆਂ, ਦਿੱਕਤਾਂ ਅਜੇ ਵੀ ਇਹਨਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰਦੀਆਂ ਨੇ, ਪਰ ਇਹ ਉਹਨਾਂ ਨੂੰ ਠੇਡਾ ਮਾਰ ਕੇ ਅੱਗੇ ਵਧ ਰਹੇ ਨੇ। ਮੈਂ ਬਹੁਤ ਬਹੁਤ ਸਵਾਗਤ ਹੈ ਔਰ ਸਲਾਮ ਹੈ। ਜਿੱਦਾਂ ਤੁਸੀਂ ਇੱਕ ਸਮਾਜ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਹੈ। ਅੱਜ ਪਿੰਡ ਦੇ ਬਹੁਤ ਸਾਰੇ ਨੌਜਵਾਨ, ਆਸੇ-ਪਾਸੇ ਦੇ ਨੌਜਵਾਨ ਤੁਹਾਡੇ ਕੋਲ ਕੰਮ ਕਰ ਰਹੇ ਨੇ। ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਹਮਦਰਦ ਟੀਵੀ ਦੀ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਤੇ ਤੁਹਾਡੇ ਸਾਰੇ ਸਰੋਤਿਆਂ ਦੀ ਵੀ। ਅੱਛਾ, ਮੈਂ ਗੱਲ ਕੀਤੀ ਵੀ ਉਸ ਪਿੰਡ ਦੀ ਰਹਿਣ ਵਾਲੀ ਕੁੜੀ, ਜਿਸ ਪਿੰਡ ਦੇ ਵਿੱਚ ਕਦੇ ਮੋਬਾਈਲ ਨੈਟਵਰਕ ਨਹੀਂ ਸੀ ਆਉਂਦਾ, ਉੱਥੋਂ ਫਿਰ ਆਈਟੀ ਕੰਪਨੀ ਬਣਾ ਦੇਣੀ, ਕਿਵੇਂ ਸ਼ੁਰੂਆਤ ਹੋਈ? ਪਿਛਲੇ ਸੰਘਰਸ਼ ਦੇ ਬਾਰੇ ਮੈਂ ਪਹਿਲਾਂ ਜਾਣਨਾ ਚਾਹੁੰਦਾ। ਬਿਲਕੁਲ, ਜਿਵੇਂ ਇਸ ਪਿੰਡ ਤੋਂ ਪਹਿਲਾਂ ਮਨਦੀਪ ਕੌਰ ਟਾਂਗਰਾ ਨਹੀਂ ਸੀ ਹੈਗੀ ਤੇ ਹੁਣ ਮਨਦੀਪ ਕੌਰ ਟਾਂਗਰਾ ਹੈ, ਉਵੇਂ ਮੈਂ ਸੋਚਦੀ ਹਾਂ ਕਿ ਕਿਤੋਂ ਵੀ ਤੁਸੀਂ ਕੁਝ ਵੀ ਸ਼ੁਰੂ ਕਰ ਸਕਦੇ ਹੋ। ਤੇ ਮੈਂ ਹਮੇਸ਼ਾ ਹੀ ਇਹ ਚੀਜ਼ 'ਚ ਬਿਲੀਵ ਕੀਤਾ ਕਿ ਜੇ ਤੁਸੀਂ ਖੁਦ ਦੀ ਜਗ੍ਹਾ 'ਤੇ ਬੈਠ ਕੇ ਹੀ, ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਹੋ, ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਹੋ, ਜਿਹੜੇ ਪਰਿਵਾਰ 'ਚ ਤੁਸੀਂ ਰਹਿੰਦੇ ਹੋ, ਜਿਹੜੇ ਸਕੂਲ 'ਚ ਤੁਹਾਨੂੰ ਪੜ੍ਹਨ ਦਾ ਮੌਕਾ ਮਿਲਿਆ, ਤੁਸੀਂ ਖੁਦ ਦੀ ਲੋਕੇਸ਼ਨ ਦੇ ਵਿੱਚ ਬੈਠ ਕੇ ਹੀ ਜੀ ਤੋੜ ਜੇ ਤੁਸੀਂ ਮਿਹਨਤ ਕਰੋ ਤੇ ਤੁਸੀਂ ਹਰ ਦੁਨੀਆ ਦੀ ਪਰਸਨ ਨੂੰ ਜਾਂ ਦੁਨੀਆ ਦੀ ਜਿਹੜੀ ਤੁਸੀਂ ਉਹ ਨਿਗਾਹ ਜਿਹੜੀ ਕੈਚ ਕਰ ਸਕਦੇ ਹੋ, ਤੁਸੀਂ ਆਪਣੇ ਵੱਲ ਉਹਨਾਂ ਨੂੰ ਕੇਂਦਰਿਤ ਕਰ ਸਕਦੇ ਹੋ ਜੇ ਤੁਸੀਂ ਆਪਣੀ ਜਗ੍ਹਾ 'ਤੇ ਹੀ ਬੈਠ ਕੇ ਜਿਹੜਾ ਉਹ ਅੱਛਾ ਜਿਹੜਾ ਉਹ ਕੰਮ ਕਰਦੇ ਰਹੋ। ਤੇ ਅਸੀਂ ਵੀ ਸ਼ਾਇਦ ਇਹੀ ਕੀਤਾ, ਕਿਉਂਕਿ ਮੇਰੀ ਸੋਚ ਹੀ ਇਹੀ ਸੀ ਕਿ ਮੈਂ ਲੋਕੇਸ਼ਨ ਨਹੀਂ ਛੱਡਣੀ, ਲੋਕੇਸ਼ਨ ਜਿਹੜੀ ਆ ਉਹ ਪਿੰਡ ਹੀ ਰੱਖਣਾ ਹੈ ਤੇ ਇੱਥੇ ਬੈਠ ਕੇ ਹੀ ਹਰ ਰੋਜ਼ ਇੱਕ ਕਦਮ ਜਿਹੜਾ ਅੱਗੇ ਵਧਾਉਣਾ ਹੈ। ਇਸ ਕੁਐਸਚਨ ਦੇ ਲਾਸਟ 'ਚ ਇਹ ਕਹਿਣਾ ਚਾਹਾਂਗੀ ਕਿ ਜਿੰਨੀ ਐਨਰਜੀ ਤੁਹਾਨੂੰ ਤੁਹਾਡੇ ਮਾਂ-ਬਾਪ ਕੋਲ ਰਹਿ ਕੇ, ਤੁਹਾਡੀ ਆਪਣੀ ਮਿੱਟੀ 'ਚ ਰਹਿ ਕੇ ਜਿੱਥੋਂ ਤੁਸੀਂ ਆਪਣਾ ਬਚਪਨ ਗੁਜ਼ਾਰਿਆ, ਜਿੰਨੀ ਤੁਹਾਡੀ ਊਰਜਾ ਤੁਹਾਡੇ ਅੰਦਰ ਪੈਦਾ ਹੁੰਦੀ ਆ, ਉਹ ਕਿਸੇ ਹੋਰ ਜਗ੍ਹਾ 'ਤੇ ਪੈ ਕੇ ਉਹ ਊਰਜਾ ਨਹੀਂ ਪੈਦਾ ਹੋ ਸਕਦੀ। ਤੇ ਕੁਝ ਬਣਨ ਲਈ, ਕੁਝ ਵੱਖਰਾ ਕਰਨ ਲਈ ਊਰਜਾ ਦੀ ਬਹੁਤ ਜ਼ਰੂਰਤ ਹੈ, ਉਤਸ਼ਾਹ ਦੀ ਬੜੀ ਲੋੜ ਹੈ। ਅੱਛਾ, ਮੈਂ ਪਿਛੋਕੜ ਦੀ ਥੋੜ੍ਹੀ ਜਿਹੀ ਗੱਲ ਕਰਾਂ। ਕਿੱਥੋਂ ਪੜ੍ਹੇ ਸੀਗੇ, ਕਿਹੜੇ ਹਾਲਾਤਾਂ 'ਚ ਪੜ੍ਹੇ ਸੀਗੇ? ਕਹਿੰਦੇ ਉਹ ਵੀ ਬੜੀ ਦਿਲਚਸਪ ਕਹਾਣੀ ਹੈ ਕਿ ਕਦੇ ਫੀਸ ਦੇ ਪੈਸੇ ਵੀ ਨਹੀਂ ਸੀ ਹੁੰਦੇ। ਹਾਂਜੀ, ਮੈਂ ਆਪਣਾ ਜਿਹੜਾ ਸਕੂਲਿੰਗ ਆ ਉਹ ਸੇਂਟ ਫਰਾਂਸਿਸ ਸਕੂਲ ਜੰਡਿਆਲਾ ਗੁਰੂ ਤੋਂ ਕੀਤੀ ਤੇ ਉਸ ਤੋਂ ਬਾਅਦ ਮੈਂ ਆਪਣੀ BBA MBA ਜਿਹੜੀ ਆ ਉਹ LPU ਤੋਂ ਕੀਤੀ। ਤੇ ਅਕਸਰ ਹੀ ਮੈਂ ਦੱਸਦੀ ਹਾਂ ਕਿ 5 ਸਾਲ ਮੈਂ ਆਪਣੇ ਪਿੰਡ ਤੋਂ ਹੀ ਅਪ ਡਾਊਨ ਜਿਹੜਾ ਉਹ ਮੈਂ ਯੂਨੀਵਰਸਿਟੀ 'ਚ ਕੀਤਾ ਤੇ ਬਹੁਤ ਹੀ ਸੀਰੀਅਸ ਰਹਿ ਕੇ ਪੜ੍ਹਾਈ ਕੀਤੀ, ਕਿਉਂਕਿ ਮੈਂ ਬਹੁਤ ਅਰਲੀ ਏਜ 'ਚ ਸਮਝ ਲਿਆ ਸੀ ਕਿ ਇੱਕ ਪੜ੍ਹਾਈ ਆ ਜਿਹੜੀ ਸਾਡੀ ਜ਼ਿੰਦਗੀ ਜਿਹੜੀ ਬਦਲ ਸਕਦੀ। ਅੱਜ ਵੀ ਜਿਹੜੇ ਬੱਚੇ ਸਮਝੋ ਕਿ ਕਾਲਜ ਪਾਸ ਆਊਟ ਹੋ ਗਏ ਨੇ ਜਾਂ ਫਿਰ ਕਾਲਜ ਜਾ ਹੀ ਨਹੀਂ ਸਕੇ, ਜੇ ਉਹ ਅੱਜ ਵੀ ਸ਼ੁਰੂ ਕਰ ਲੈਣ ਤੇ ਜ਼ਿੰਦਗੀ 5 ਸਾਲਾਂ 'ਚ ਉਹਨਾਂ ਦੀ ਜ਼ਿੰਦਗੀ ਵੀ ਜਿਹੜੀ ਆ ਉਹ ਬਦਲੀ ਜਾ ਸਕਦੀ ਆ। ਕਿਉਂਕਿ ਮੈਨੂੰ ਲੱਗਦਾ ਕਿ ਪੜ੍ਹਾਈ ਇੱਕ ਸਭ ਤੋਂ ਸੌਖਾ ਤਰੀਕਾ ਹੈ ਜਿਹਦੇ ਨਾਲ ਕਿ ਰਾਹ ਜਿਹੜੇ ਬਦਲ ਸਕਦੇ ਨੇ। ਤੇ ਜਿਹੜੀ ਚੀਜ਼ ਤੁਹਾਨੂੰ ਸਪੋਜ਼ ਮੇਰੇ ਕੋਲ ਅੱਜ ਉਨੇ ਪੈਸੇ ਨਹੀਂ ਕਿ ਮੈਂ ਆਪਣੀ ਕੰਪਨੀ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰ ਸਕਾਂ ਜਿਹੜੀਆਂ ਮੈਂ ਕਰਨਾ ਚਾਹੁੰਦੀ ਹਾਂ, ਉਸੇ ਤਰ੍ਹਾਂ ਕਿ ਜਿਵੇਂ ਮੇਰੇ ਕੋਲ ਉਸ ਟਾਈਮ 'ਚ ਉਨੀ ਫੀਸ ਨਹੀਂ ਪਰ ਮੈਂ ਟੌਪ ਕਰਨਾ ਚਾਹੁੰਦੀ ਹਾਂ, ਇਹ ਜਿਹੜੀ ਕਸ਼ਮਕਸ਼ ਹੁੰਦੀ ਆ ਇਹਨੂੰ ਕੋਈ ਪੋਜ਼ਿਟਿਵ ਲੈ ਸਕਦਾ ਤੇ ਕੋਈ ਨੈਗੇਟਿਵ। ਜੇ ਕੋਈ ਨੈਗੇਟਿਵ ਲਏਗਾ ਉਹ ਕਹੇਗਾ ਫੀਸ ਤੇ ਤਾਰੀ ਨਹੀਂ ਜਾਣੀ, ਮੇਰੀ ਬੇਇੱਜ਼ਤੀ ਹੋਏਗੀ ਕਲਾਸ ਵਿੱਚ, ਪੇਪਰ 'ਚ ਮੈਨੂੰ ਪੁੱਛਿਆ ਜਾਏਗਾ ਖੜੇ ਹੋ ਕੇ ਤੇ ਕੀ ਮੈਂ ਪੜ੍ਹਨਾ, ਉਹਦਾ ਇਹ ਬਹਾਨਾ ਹੋਏਗਾ। ਬਿਜ਼ਨਸ 'ਚ ਨੂੰ ਲੱਗੇਗਾ ਕਿ ਪੈਸੇ ਤਾਂ ਇੰਨੇ ਹੈ ਨਹੀਂ, ਅਸੀਂ ਲੋਸ 'ਚ ਜਾ ਰਹੇ ਹਾਂ ਤੇ ਕੀ ਕਰਨਾ ਇੰਨੀ ਮਿਹਨਤ ਕਰਕੇ ਮੈਂ ਆਪਣੇ ਆਪ ਨੂੰ ਨੈਗੇਟਿਵ ਕਰ ਲਾਂ। ਪਰ ਮੇਰੀ ਸੋਚ ਬਹੁਤ ਉਲਟ ਆ। ਜਦੋਂ ਪੈਸੇ ਨਹੀਂ ਹੈਗੇ ਉਦੋਂ ਫਿਰ ਜੀ ਤੋੜ ਪੜ੍ਹਨਾ, ਉਦੋਂ ਫਿਰ ਪਹਿਲੇ ਨੰਬਰ 'ਤੇ ਆਉਣਾ ਹੀ ਆਉਣਾ ਕਿ ਆਪਣੀਆਂ ਨਜ਼ਰਾਂ 'ਚ ਜਿਹੜਾ ਵਾ ਉਹ ਬੈਸਟ ਕਰਕੇ ਦਿਖਾਣਾ। ਕਿਉਂਕਿ ਜਿਹੜਾ ਇੱਕ ਪੜ੍ਹਨਾ ਤੇ ਜਿਹੜਾ ਫੀਸ ਦੇਣਾ, ਦੋ ਵੱਖਰੀਆਂ ਚੀਜ਼ਾਂ ਨੇ। ਪੜ੍ਹਾਈ ਕਰਨਾ ਤੇ ਫਸਟ ਆਉਣਾ, ਬਿਜ਼ਨਸ 'ਚ ਵੀ ਵਧੀਆ ਕਰਨਾ, ਇਸ ਚੀਜ਼ 'ਤੇ ਡਿਪੈਂਡ ਨਹੀਂ ਕਰਦਾ ਕਿ ਫੀਸ ਜਿਹੜੀ ਆ ਉਹ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ। ਹਰ ਚੀਜ਼ ਜਿਹੜੀ ਆ ਤੁਹਾਡੀ ਸੋਲਵ ਹੋ ਜਾਏਗੀ, ਪਰ ਜੇ ਤੁਸੀਂ ਮਿਹਨਤ ਨੂੰ ਨੰਬਰ 1 ਤੇ ਜਿਹੜਾ ਉਹ ਰੱਖੋਗੇ। ਕਦੀ ਐਂ ਮੌਕਾ ਆਇਆ ਵੀ ਫੀਸ ਕਿਤੇ ਟੀਚਰ ਨੇ ਪੁੱਛ ਲਿਆ ਵੀ ਤੁਹਾਡੀ ਫੀਸ ਨਹੀਂ ਆਈ, ਜਾਂ ਕੋਈ ਆਫਿਸ 'ਚੋਂ ਸੁਨੇਹਾ ਆ ਗਿਆ ਵੀ ਫੀਸ ਨਹੀਂ ਤਾਰੀ ਮਨਦੀਪ? ਮੇਰੇ ਨਾਲ ਤਾਂ ਅਕਸਰ ਹੀ ਇੱਦਾਂ ਹੁੰਦਾ ਸੀ। ਮੈਂ ਤੇ ਉਹਨਾਂ ਬੱਚਿਆਂ 'ਚੋਂ ਆ ਕਿ ਜਿਹੜੇ ਹਰ ਸਮੈਸਟਰ ਦੇ ਵਿੱਚ, ਠੀਕ ਆ, ਮੈਨੂੰ ਕਈ ਵਾਰੀ ਮੈਂ ਭਾਵੁਕ ਹੋ ਜਾਂਦੀ ਉਹ ਚੀਜ਼ ਸੋਚ ਕੇ ਕਿ ਜਿਹੜੇ ਹਰ ਸਮੈਸਟਰ ਦੇ ਵਿੱਚ ਐਪਲੀਕੇਸ਼ਨ ਲੈ ਕੇ ਡੀਨ ਦੇ ਆਫਿਸ ਦੇ ਸਾਹਮਣੇ ਖੜੇ ਰਹਿੰਦੇ ਸੀ ਤੇ ਜਿਨ੍ਹਾਂ ਨੂੰ ਮੈਂ ਬੜੀ ਥੈਂਕਫੁਲ ਹਾਂ। HR ਸਿੰਗਲਾ ਜੋ ਕਿ ਡਾਇਰੈਕਟਰ ਹੈਗੇ LPU ਦੇ, ਜਿਨ੍ਹਾਂ ਨਾਲ ਮੇਰਾ ਰਾਬਤਾ ਰਿਹਾ ਉਸ ਸਮੇਂ 'ਚ ਜਦੋਂ ਮੈਂ ਪੜ੍ਹਦੀ ਸੀ। ਰਸ਼ਮੀ ਮਿੱਤਲ ਦੇ ਜਿਹੜੇ ਫਾਦਰ ਨੇ, ਠੀਕ ਹੈ, ਸੋ ਉਹ ਵੀ ਮੇਰੀ ਸਟੋਰੀ ਬੜੀ ਵਧੀਆ ਸੁਣਾ ਸਕਦੇ ਆ ਕਿ
ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੀ ਪ੍ਰਿਵਿਲੇਜ ਦੇਤੀ ਕਿ ਜੇ ਸਪੋਜ਼ ਮੇਰੀ 60000 ਦੀ ਫੀਸ ਆ ਤੇ ਮੈਂ ਹਰ ਹਫਤੇ ਬਾਅਦ 2000 ਦੇ ਸਕਦੀ ਹਾਂ, ਮਹੀਨੇ ਬਾਅਦ 6000 ਜਮ੍ਹਾਂ ਕਰਾ ਸਕਦੀ ਹਾਂ, ਈਵਨ ਬੱਸ ਦੀ ਫੀਸ ਵੀ। ਸੋ ਮੈਂ ਇਸ ਤਰ੍ਹਾਂ ਪੜ੍ਹਾਈ ਕੀਤੀ ਹੈ ਕਿ ਮੈਂ ਆਪਣੀ ਪੂਰੀ ਫੀਸ ਨੂੰ, ਜਦੋਂ ਮੇਰੇ ਮੰਮੀ ਪਾਪਾ ਕੋਲ ਪੈਸੇ ਜਿੰਨੇ ਕੁ ਹੁੰਦੇ ਸੀ ਤੇ ਉਹ ਉਨੇ ਹੀ ਜਿਹੜਾ ਵਾ ਅਸੀਂ ਉਹਨਾਂ ਨੂੰ ਦੇ ਦਿੰਦੇ ਸੀ। ਤੇ ਪਰ ਜਦੋਂ ਮੇਰੀ ਡਿਗਰੀ ਕੰਪਲੀਟ ਹੋ ਗਈ ਉਦੋਂ ਵੀ ਜਿਹੜਾ ਵਾ ਕੁਝ ਮਹੀਨੇ ਹੋਰ ਲੱਗ ਗਏ ਆਪਣੀ ਫੀਸ ਜਿਹੜੀ ਕੰਪਲੀਟ ਕਰਦੇ, ਹਾਲਾਂਕਿ ਮੈਂ ਆਪਣੀ ਯੂਨੀਵਰਸਿਟੀ ਦੀ ਟੌਪਰ ਸੀ। ਤਾਂ ਬੜੀ ਇਸ ਗੱਲ ਤੋਂ ਸਾਰਿਆਂ ਨੂੰ ਸਿੱਖਣ ਦੀ ਜੇਕਰ ਹਿੰਮਤ ਹੈ ਤਾਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਹੀ ਸੀ, ਫਿਰ ਖੰਭਾਂ ਦੀ ਲੋੜ ਨਹੀਂ ਪੈਂਦੀ, ਬੰਦਾ ਉਡਾਰੀ ਭਰ ਜਾਂਦਾ ਹੈ। ਫਿਰ ਪਿੰਡ ਦੇ ਵਿੱਚ ਇਹ ਆਈਡੀਆ ਸਭ ਤੋਂ ਪਹਿਲਾਂ ਕਿਹਨਾਂ ਸਾਂਝਾ ਕੀਤਾ ਸੀ, ਅਸੀਂ ਕੰਮ ਕਰਨਾ ਆਈਟੀ ਸੈਕਟਰ ਦੇ ਵਿੱਚ ਜਾਣਾ ਔਰ ਨੋਇਡਾ ਨਹੀਂ ਜਾਣਾ, ਬੰਬੇ ਨਹੀਂ ਜਾਣਾ, ਦਿੱਲੀ ਨਹੀਂ ਜਾਣਾ, ਪਿੰਡ 'ਚੋਂ ਕਰਨਾ, ਕਿਹਨਾਂ ਸਾਂਝਾ ਕੀਤਾ, ਫਿਰ ਰਿਐਕਸ਼ਨ ਕੀ ਸੀਗਾ? ਰਿਐਕਸ਼ਨ ਤੇ ਕੋਈ ਨਹੀਂ ਸੀ। ਵੈਸੇ ਮੈਨੂੰ ਇਦਾਂ ਫੀਲ ਹੁੰਦਾ ਸੀ ਕਿ ਮੈਨੂੰ ਤਨਖਾਹ ਜ਼ਿਆਦਾ ਮਿਲ ਰਹੀ ਤੇ ਕੰਮ ਘੱਟ ਕਰਵਾ ਰਹੇ। ਸੋ ਉਹ ਚੀਜ਼ ਜਿਹੜੀ ਮੇਰੀ ਫੀਲ ਸੀ ਕਿ ਮੇਰੇ 'ਚ ਸ਼ਾਇਦ ਊਰਜਾ ਜ਼ਿਆਦੀ ਆ, ਮੈਂ ਵੱਧ ਕਰ ਸਕਦੀ ਹਾਂ ਆਪਣੀ ਲਾਈਫ ਦੇ ਵਿੱਚ, ਉਹਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਕੁਝ ਵੱਡਾ ਕਰਾਂ, ਕੁਝ ਨਵਾਂ ਕਰਾਂ। ਦੂਸਰੀ ਚੀਜ਼, ਖੁਦ ਦੀ ਜਿਹੜੀ ਜਰਨੀ ਆ ਉਹ ਤੋਂ ਮੈਂ ਖੁਦ ਬੜੀ ਇਨਸਪਾਇਰ, ਕਿਉਂਕਿ ਮੇਰੇ ਨਾਲ ਤਕਰੀਬਨ 90-95% ਬੱਚੇ ਜਿਹੜੇ ਹੋਸਟਲ ਪੜ੍ਹਦੇ ਸੀ, ਠੀਕ ਹੈ। ਤੇ ਜਦੋਂ ਮੈਂ ਇੱਥੋਂ ਜਾ ਕੇ ਵੀ ਰੋਜ਼ ਅਪ ਡਾਊਨ ਕਰਕੇ ਵੀ, ਮੀਂਹ ਹਨੇਰੀ ਮੈਂ ਕਦੀ ਛੁੱਟੀ ਨਹੀਂ ਕੀਤੀ ਇੱਕ ਵੀ ਪੂਰੇ 5 ਸਾਲ ਦੇ ਵਿੱਚ, ਹਮੇਸ਼ਾ ਮੈਂ ਦੱਸਦੀ। ਤੇ ਉਹ ਫਿਰ ਵੀ ਟੌਪ ਕਰਨਾ ਯੂਨੀਵਰਸਿਟੀ ਦੇ ਵਿੱਚ, ਉਸ ਚੀਜ਼ ਨੇ ਮੈਨੂੰ ਖੁਦ ਬੜਾ ਇਨਸਪਾਇਰ ਕੀਤਾ। ਮੇਰੇ ਅੰਦਰ ਇਹ ਚੀਜ਼ ਉਸਨੇ ਇਸ ਚੀਜ਼ ਨੇ ਮੈਨੂੰ ਅਵੇਅਰ ਕੀਤਾ ਕਿ ਮੇਰੇ ਪਿੰਡ ਦੇ ਵਿੱਚ ਹੀ ਹੋਰ ਬਹੁਤ ਮਨਦੀਪ ਕੌਰ ਟਾਂਗਰਾ ਹੋਣਗੀਆਂ, ਮੇਰੇ ਪਿੰਡ ਵਿੱਚ ਮੇਰੇ ਤੋਂ ਵੀ ਬਿਹਤਰ ਬੱਚੇ ਆਸ-ਪਾਸ ਹੈਗੇ ਨੇ। ਸੋ ਇਸ ਚੀਜ਼ ਕਰਕੇ ਹੀ ਮੈਂ ਜਿਹੜੀ ਆਪਣੀ ਕੰਪਨੀ ਆ ਉਹ ਆਪਣੇ ਪਿੰਡ 'ਚ ਸਥਾਪਿਤ ਕੀਤੀ ਆ, ਕਿਉਂਕਿ ਮੈਂ ਬਿਲੀਵ ਕਰਦੀ ਹਾਂ, ਇਸ ਚੀਜ਼ ਨੂੰ ਮੰਨਦੀ ਹਾਂ ਕਿ ਮੇਰੇ ਆਲੇ ਦੁਆਲੇ ਮੇਰੇ ਤੋਂ ਵੀ 100 ਗੁਣਾ ਵੱਧ ਇੰਟੈਲੀਜੈਂਟ ਬੱਚੇ ਬੈਠੇ ਨੇ, ਤੇ ਜੇ ਉਹਨਾਂ ਕੋਲ ਓਪਰਚੁਨਿਟੀ ਨਹੀਂ ਹੋਏਗੀ ਤੇ ਉਹਨਾਂ ਨੂੰ ਜਿਹੜਾ ਉਹ ਫਿਰ ਕੁਝ ਹੋਰ ਬਣ ਜਾਣਗੇ, ਜੋ ਕਿ ਉਹ ਬਣ ਬੜੇ ਵਧੀਆ ਸਕਦੇ ਨੇ, ਠੀਕ ਹੈ। ਮੈਨੂੰ ਵੀ ਜੇ ਮੇਰੇ ਘਰ ਦੇ ਨਾ ਪੜ੍ਹਾਉਂਦੇ ਜਾਂ ਮੈਨੂੰ ਇੰਨੀ ਅਵੇਅਰਨੈਸ ਨਾ ਹੁੰਦੀ ਤੇ ਸ਼ਾਇਦ ਮੈਂ ਇੱਥੇ ਨਾ ਹੁੰਦੀ। ਉਸੇ ਤਰ੍ਹਾਂ ਕਈ ਵਾਰ ਹੁਣ 10ਵੀਂ 12ਵੀਂ 'ਚ ਅਸੀਂ ਬੱਚੇ ਨੂੰ ਜੱਜ ਨਹੀਂ ਕਰ ਸਕਦੇ। ਮੈਂ ਵੀ ਉਹਨਾਂ ਬੱਚਿਆਂ 'ਚੋਂ ਜਿਨ੍ਹਾਂ ਨੇ MBA 'ਚ ਤੇ ਟੌਪ ਕੀਤਾ, ਠੀਕ ਹੈ, ਹਾਈਐਸਟ ਮਾਰਕਸ ਲਏ ਨੇ, 10 ਆਊਟ ਆਫ 10 ਮੇਰੀ CGPA ਸੀ, ਉਸ ਤੋਂ ਉੱਪਰ ਨੰਬਰ ਹੀ ਨਹੀਂ ਹੁੰਦੇ ਜਿੰਨੇ ਮੇਰੇ ਨੰਬਰ ਆਏ ਨੇ, ਰਾਈਟ। ਬਟ ਜਦੋਂ ਮੈਂ 10th 12th ਲਾਵਾਂ ਤੇ ਮੈਂ ਵੀ ਸ਼ਾਇਦ ਬਹੁਤ ਇੰਟੈਲੀਜੈਂਟ ਬੱਚਿਆਂ 'ਚੋਂ ਨਹੀਂ ਸੀ। ਸੋ ਤੁਸੀਂ ਬੱਚੇ ਨੂੰ ਜਿਹੜਾ ਵਾ ਉਹਦੀ ਪੜ੍ਹਾਈ ਉਹਦੇ ਨੰਬਰਾਂ ਤੋਂ ਜੱਜ ਨਹੀਂ ਕਰ ਸਕਦੇ, ਉਹਦੀ ਜ਼ਿੰਦਗੀ 'ਚ ਕਦੇ ਵੀ ਬਦਲਾਅ ਆ ਸਕਦਾ। ਉਹਨੂੰ ਜਦੋਂ ਜਿਹੜੀ ਚੀਜ਼ 'ਚ ਇੰਟਰਸਟ ਪੈਦਾ ਹੋ ਗਿਆ, ਸਮਝੋ ਕਿ ਕਿਸੇ ਨੇ ਕਦੀ ਗ੍ਰਾਫਿਕ ਡਿਜ਼ਾਈਨਿੰਗ ਕੀਤੀ ਨਹੀਂ, ਉਹਨੇ ਕਦੀ ਪੋਸਟਰ ਬਣਾਇਆ ਹੀ ਨਹੀਂ, ਪਰ ਹੋ ਸਕਦਾ ਕਿ ਉਹ 25 ਸਾਲ ਦੀ ਉਮਰ ਤੋਂ ਬਾਅਦ ਪਹਿਲੀ ਵਾਰੀ ਸੌਫਟਵੇਅਰ ਨੂੰ ਟੱਚ ਕਰੇ ਤੇ ਬਾਅਦ 'ਚੋਂ ਉਹ ਇੱਕ ਬਿਹਤਰੀਨ ਗ੍ਰਾਫਿਕ ਡਿਜ਼ਾਈਨਰ ਬਣ ਜਾਏ ਕਿ ਜਿਹੜਾ ਉਹਨੇ ਪਿਛਲੇ 25 ਸਾਲ 'ਚ ਕਦੀ ਸੋਚਿਆ ਹੀ ਨਹੀਂ। ਸੋ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ, ਹਰ ਵਿਅਕਤੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਜਾ ਸਕਦਾ ਹੈ, ਕੁਝ ਵਧੀਆ ਕਰ ਸਕਦਾ ਹੈ, ਬਸ ਉਹਨੂੰ ਹੌਲੀ-ਹੌਲੀ ਪਹਿਚਾਣ ਆ ਜੇ ਕਿ ਮੇਰਾ ਸ਼ੌਂਕ ਕੀ ਆ ਤੇ ਮੇਰਾ ਕੰਮ ਕੀ ਆ। ਜਦੋਂ ਸ਼ੌਂਕ ਤੇ ਕੰਮ ਨੂੰ ਉਹ ਮੈਚ ਕਰ ਲੇਗਾ ਤੇ ਉਹਨੂੰ ਕੋਈ ਨਹੀਂ ਰੋਕ ਸਕਦਾ। ਸੋ ਇਕੱਲੇ ਪੈਸੇ ਨਾਲ ਹੀ ਤਰੱਕੀ ਨਹੀਂ ਆ, ਠੀਕ ਆ। ਤੁਸੀਂ ਇੱਕ ਸੈਟੀਸਫੈਕਟਰੀ ਕੰਮ ਕਰ ਰਹੇ ਹੋ, ਤੁਹਾਨੂੰ ਅੰਦਰੋਂ ਸੈਟੀਸਫੈਕਸ਼ਨ ਹੈ ਕਿ ਹਾਂ ਮੇਰਾ ਸ਼ੌਂਕ ਹੈ ਤੇ ਮੈਂ ਇਹਨੂੰ ਕਰ ਵੀ ਰਿਹਾ, ਮੇਰੀ ਐਪਰੀਸੀਏਸ਼ਨ ਹੋ ਰਹੀ ਆ, ਹਰ ਕੋਈ ਜਿਹੜਾ ਵਾ ਮੈਨੂੰ ਕਹਿ ਰਿਹਾ ਕਿ ਤੁਸੀਂ ਇੱਕ ਬਿਹਤਰੀਨ ਆਪਣੇ ਫੀਲਡ ਦੇ ਐਕਸਪਰਟ ਹੋ। ਆਈ ਥਿੰਕ ਕਿ ਉਹ ਤੁਹਾਡੀ ਅਸਲ ਤਰੱਕੀ ਆ। ਹੁਣ ਤੁਸੀਂ ਆਪਣੇ ਤੋਂ ਵੀ ਲਾਓ ਕਿ ਤੁਸੀਂ ਮਹੀਨੇ 'ਚ ਕਿੰਨੇ ਪੈਸੇ ਕਮਾ ਰਹੇ ਹੋ, ਉਹ ਤਰੱਕੀ ਨਹੀਂ ਆ, ਪਰ ਤੁਸੀਂ ਇੱਕ ਬਿਹਤਰੀਨ ਜਿਹੜੇ ਐਂਕਰ ਹੋ, ਠੀਕ ਹੈ, ਵਧੀਆ ਇੰਟਰਵਿਊ ਕਰ ਸਕਦੇ ਹੋ, ਵਧੀਆ ਕੁਐਸਚਨ ਪੁੱਛ ਸਕਦੇ ਹੋ, ਉਹ ਸਾਡੀ ਅਸਲ ਤਰੱਕੀ ਆ। ਪਿੱਛੇ ਕਿਸੇ ਨੇ ਨਹੀਂ ਦੇਖਣਾ ਕਿ ਹਾਂਜੀ ਕੀ ਹੋ ਰਿਹਾ। ਸ਼ੁਰੂਆਤ ਦੇ ਵਿੱਚ ਕਿੰਨੇ ਲੋਕਾਂ ਦੇ ਨਾਲ ਸ਼ੁਰੂਆਤ ਕੀਤੀ ਸੀਗੀ ਇਸ ਬਿਜ਼ਨਸ ਦੀ ਔਰ ਅੱਜ ਕੀ ਹਾਲਾਤ ਨੇ? ਸੋ ਮੈਂ ਤੇ 2-3 ਜਾਣਿਆਂ ਤੋਂ ਹੀ ਸਟਾਰਟ ਕੀਤਾ ਆਪਣਾ ਬਿਜ਼ਨਸ, ਤੇ ਹੌਲੀ ਅਸੀਂ ਟੀਮ ਮੈਂਬਰ ਜਿਹੜੇ ਐਡ ਕਰਦੇ ਰਹੇ। ਅਸੀਂ ਬੜਾ ਆਰਗੈਨਿਕਲੀ ਗਰੋ ਕੀਤਾ। ਅਸੀਂ ਆਰਗੈਨਿਕ ਸਬਜ਼ੀਆਂ ਜਿੱਦਾਂ ਹੁੰਦੀਆਂ ਕਿ ਅਸੀਂ ਕਹਿੰਦੇ ਕਿ ਉਹ 'ਚ ਕੁਛ ਨਹੀਂ ਉਲਟਾ ਪੁਲਟਾ ਪਾਇਆ ਤੇ ਆਪਣੇ ਆਪ ਬਣੀਆਂ ਨੇ, ਲੱਗ ਜਾਊਗਾ ਉਹਨਾਂ ਨੂੰ ਤਿਆਰ। ਹਾਂ, ਸੋ ਉਹੀ ਆ ਬਸ ਕਿ ਸਾਡਾ ਵੀ ਇੱਕ ਆਰਗੈਨਿਕ ਬਿਜ਼ਨਸ ਹੈ ਕਿ ਜਿਹੜਾ ਆਪਣੇ ਆਪ ਹੀ 2 ਤੋਂ 120 ਹੋ ਗਿਆ ਅੱਜ, ਠੀਕ ਹੈ। ਸੋ ਪਰ ਇਹ 120 ਬਣਾਉਣ ਲਈ, ਠੀਕ ਹੈ, ਅਸੀਂ ਅੰਬਾਂ ਦਾ ਦਰਖਤ ਲਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਉਹ ਫਿਰ ਪੂਰਾ ਦਰਖਤ ਬਣਨ ਲਈ, ਉਹਨੂੰ ਫਰੂਟਸ ਲੱਗਣ ਲਈ ਜੇ ਤੁਹਾਡੇ ਕੋਲ 10 ਸਾਲ ਦਾ ਵੇਟ ਤੁਸੀਂ ਕਰ ਸਕਦੇ ਹੋ ਤੇ ਆਈ ਥਿੰਕ ਕਿ ਫਿਰ ਉਹਨੇ ਬਣਨਾ ਹੀ ਬਣਨਾ ਦਰਖਤ, ਠੀਕ ਹੈ। ਫਿਰ ਉਹਨੇ
ਫਲ ਵੀ ਦੇਣੇ ਆ। ਠੀਕ ਹੈ, 120 ਇਕੱਠੇ ਕਰਨੇ ਬੜੇ ਔਖੇ ਨੇ। ਮਤਲਬ ਇੱਕ ਪਾਸੇ ਦਿੱਲੀ ਦੇ ਵਿੱਚ ਜੌਬ ਹੈਗੀ ਆ, ਵੱਡੀਆਂ ਕੰਪਨੀਆਂ ਹੈਗੀਆਂ ਨੇ, ਬੰਬੇ ਦੀ ਗੱਲ ਕਰ ਰਹੀ ਹੈ, ਪੰਜਾਬ ਦੀ ਵੀ ਗੱਲ ਕਰੀਏ, ਵੱਡਿਆਂ ਸ਼ਹਿਰਾਂ ਦੇ ਵਿੱਚ ਤਾਂ ਆਪਾਂ ਐਕਸਪੈਕਟ ਕਰਦੇ ਹਾਂ, ਉਹ ਤਾਂ ਸੋਚਦਾ ਇਨਸਾਨ ਵੀ ਹਾਂ ਉੱਥੇ IT ਸੈਕਟਰ ਦੇ ਵਿੱਚ ਕੰਮ ਮਿਲ ਜਾਏਗਾ। ਪਿੰਡ ਦੇ ਵਿੱਚ ਲੈ ਕੇ ਆਉਣੇ ਸ਼ਹਿਰੋਂ, ਸਭ ਤੋਂ ਵੱਡਾ ਟਾਸਕ ਤਾਂ ਮੈਨੂੰ ਲੱਗਦਾ ਉਹੀ। ਤੁਸੀਂ ਇਹ ਸੋਚ ਲਓ ਕਿ ਵਾਕਈ ਕਿੰਨੇ ਬੱਚੇ ਸੇਮ ਤਰੀਕੇ ਨਾਲ ਸੋਚ ਰਹੇ ਹੋਣਗੇ ਪੰਜਾਬ 'ਚ। ਤੇ ਅਸੀਂ ਪਹਿਲੀ ਕੰਪਨੀ ਆ ਪੰਜਾਬ ਦੀ, ਫਸਟ ਕੰਪਨੀ ਆ ਜਿਹੜੀ ਕਿ ਇੱਕ ਪਿੰਡ ਵਿੱਚ IT ਕੰਪਨੀ ਦਾ ਅਸੀਂ ਕਹਿੰਦੇ ਆ ਕਿ ਹਾਂ ਕਿ ਪਹਿਲੀ ਕੰਪਨੀ IT ਕੰਪਨੀ ਬਣੀ। ਹੁਣ ਤੁਸੀਂ ਇਹ ਸੋਚ ਲਓ ਕਿ ਕਿੰਨੇ ਜਾਣਿਆਂ ਦਾ ਸੇਮ ਥਾਟ ਪ੍ਰੋਸੈਸ ਆ ਤੇ ਅਸੀਂ ਮਿਲ ਕੇ 120 ਜਿਹੜੇ ਉਹ ਕਰ ਲਏ ਨੇ, ਹੈ ਨਾ। ਕਿੰਨੇ ਲੋਕ ਸੇਮ ਲਾਈਨ ਤੇ ਸੋਚ ਰਹੇ ਨੇ ਕਿ ਮੈਂ ਘਰੋਂ ਤੁਰ ਕੇ ਆਵਾਂ ਤੇ ਮੇਰਾ 30,000 ਮੇਰੀ ਸੈਲਰੀ ਹੋਵੇ, ਮੈਨੂੰ ਅੰਮ੍ਰਿਤਸਰ ਨਾ ਜਾਣਾ ਪਵੇ, ਚੰਡੀਗੜ੍ਹ ਨਾ ਜਾਣਾ ਪਵੇ, ਇੱਧਰ ਉੱਧਰ ਭਟਕਣਾ ਨਾ ਪਵੇ, ਮੈਂ ਆਪਣੇ ਮੰਮੀ ਪਾਪਾ ਦਾ ਧਿਆਨ ਰੱਖ ਸਕਾਂ। ਠੀਕ ਹੈ, ਮੈਂ ਆਪਣਾ ਜਿਹੜਾ ਕਲੀਨ এনवायरमेंट ਆ ਪਿੰਡ ਦਾ ਉਹਨੂੰ ਇੰਜੋਏ ਕਰ ਸਕਾਂ, ਆਪਣੇ ਦੋਸਤਾਂ ਨੂੰ ਮਿਲ ਸਕਾਂ। ਠੀਕ ਹੈ, ਸੋ ਉਹ ਆ ਕਿ ਮੈਨੂੰ ਖੁਸ਼ੀ ਆ ਕਿ ਮੈਂ ਇੱਕ ਇਹੋ ਜਿਹਾ ਬਿਜ਼ਨਸ ਆਈਡੀਆ ਲੈ ਕੇ ਆ ਪਾਈ ਆ ਕਿ ਜਿਹਦੇ ਨਾਲ ਸੇਮ ਲਾਈਕ ਮਾਈਂਡਡ ਲੋਕ ਜਿਹੜੇ ਆ ਉਹ ਜੁੜ ਗਏ। ਜਦੋਂ ਆਰਗੈਨਿਕ ਸਬਜ਼ੀਆਂ ਦੀ ਗੱਲ ਨਹੀਂ ਹੋ ਰਹੀ ਸੀ ਤੇ ਉਦੋਂ ਕੋਈ ਵੀ ਨਹੀਂ ਇਹਦੀ ਗੱਲ ਕਰ ਰਿਹਾ ਸੀ। ਅੱਜ ਆਰਗੈਨਿਕ ਸਬਜ਼ੀਆਂ ਦੀ ਗੱਲ ਹੁੰਦੀ ਆ ਤੇ ਆਰਗੈਨਿਕ ਮਾਰਕੀਟ ਵੀ ਲੱਗਦੀਆਂ, ਉੱਥੇ ਫਾਰਮਰਸ ਵੀ ਹੁੰਦੇ, ਉੱਥੇ ਸੇਮ ਲਾਈਕ ਮਾਈਂਡਡ ਲੋਕ ਜਿਹੜੇ ਆ ਉਹ ਜੁੜ ਗਏ ਨੇ। ਤੇ ਲੋੜ ਦਾ ਨਾਮ ਹੀ ਕਾਰਡ। ਬਸ ਉਹੀ ਹੈ ਕਿ ਇਹ ਲੋੜ ਦਾ ਨਾਮ ਹੀ ਕਾਰਡ ਹੈ ਕਿ ਸਾਨੂੰ ਮਜ਼ਾ ਬਹੁਤ ਆ ਰਿਹਾ। ਤੁਸੀਂ ਇੱਥੇ ਹਰ ਇੱਕ ਦੀ ਸਟੋਰੀ ਜੇ ਸੁਣੋ ਤੇ ਸਾਰਿਆਂ ਨੂੰ ਜਿਹੜਾ ਵਾ ਐਵਰੀਬਾਡੀ ਇਜ਼ ਇੰਜੋਇੰਗ, ਕਿਉਂਕਿ ਕਦੀ ਕੋਈ ਸੋਚ ਨਹੀਂ ਸੀ ਸਕਦਾ ਕਿ ਇੱਕ ਪਿੰਡ ਦੇ ਵਿੱਚ ਹੀ ਅਸੀਂ ਵਾਈਟ ਕਾਲਰ ਜੌਬ ਜਨਰੇਟ ਕਰਾਂਗੇ, ਜਿੱਥੇ ਕਿ ਤੁਸੀਂ ਇੱਕ ਆਫਿਸ ਦੇ ਵਿੱਚ ਇੱਕ AC ਦੇ ਵਿੱਚ ਬੈਠ ਕੇ ਕੈਨੇਡਾ, US, ਆਸਟ੍ਰੇਲੀਆ ਦੇ ਕਲਾਇੰਟਸ ਨਾਲ ਤੁਸੀਂ ਗੱਲ ਕਰੋਗੇ। ਠੀਕ ਹੈ, ਸੋ ਬੱਚਿਆਂ ਨੂੰ ਕੈਨੇਡਾ ਜਾਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਵੀ ਇਹ ਪਤਾ ਲੱਗ ਗਿਆ ਕਿ ਕੈਨੇਡਾ ਵਾਲਿਆਂ ਨੂੰ ਸਾਡੀ ਬਹੁਤ ਲੋੜ ਹੈਗੀ ਆ। ਹਾਂ, ਇੱਥੇ ਜਾ ਕੇ ਕੰਮ ਕਰਨਾ ਉਹ ਇੱਥੇ ਬੈਠ ਕੇ ਵੀ ਕਰ ਸਕਦੇ ਆ। ਅੱਛਾ, ਪਿੰਡ ਤੋਂ ਜਾਂ ਆਪਾਂ ਕਹਿ ਲਈਏ ਬਾਹਰੋਂ ਕਿੰਨੇ ਕੁ ਸਟੂਡੈਂਟ ਹੈਗੇ ਨੇ, ਆਊਟ ਆਫ ਪੰਜਾਬ ਵੀ ਹੈਗੇ ਨੇ? ਸੋ ਕੰਪਨੀ ਸਾਡੀ ਪਾਲਿਸੀ ਆ ਕਿ ਮੋਰ ਦੈਨ 50% ਬੱਚੇ ਜਿਹੜੇ ਉਹ ਸਾਡੇ ਪੰਜਾਬ ਦੇ ਹੀ ਹੋਣੇ ਚਾਹੀਦੇ। ਸੋ 50% ਬੱਚੇ ਤੇ ਸਾਡੇ ਪੰਜਾਬ ਦੇ ਹੀ ਆ। ਫਿਰ ਵੀ ਮੈਂ ਲਾਵਾਂ ਤੇ ਮੇਰੇ ਖਿਆਲ 'ਚ ਕਿ ਕਰੰਟਲੀ 60 ਤੋਂ 70% ਸਾਡੀ ਕੰਪਨੀ 'ਚ ਪੰਜਾਬ ਦੇ ਬੱਚੇ ਨੇ। ਐਂਡ ਕੁਝ ਬੱਚੇ ਨੇ ਜਿਹੜੇ ਦੂਸਰੀਆਂ ਸਟੇਟਸ ਤੋਂ ਸਾਡੇ ਨਾਲ ਕੰਮ ਕਰ ਰਹੇ ਨੇ ਤੇ ਅੰਮ੍ਰਿਤਸਰ ਵੀ PG 'ਚ ਰਹਿੰਦੇ ਨੇ, ਪਿੰਡ ਵਿੱਚ ਵੀ PG 'ਚ ਰਹਿੰਦੇ ਨੇ ਬੱਚੇ। ਸੋ ਮੋਸਟਲੀ ਸਾਡੀ ਜਿਹੜੀ ਪ੍ਰੈਫਰੈਂਸ ਆ, ਹਾਲਾਂਕਿ ਉਹੀ ਕਿ ਸੁਣਨ ਵਾਲੇ ਕਹਿਣਗੇ ਕਿ ਬਾਇਜ਼ ਨਹੀਂ ਹੋਣਾ ਚਾਹੀਦਾ, ਬਟ ਸਾਡੀ ਜਿਹੜੀ ਪ੍ਰੈਫਰੈਂਸ ਹੈ ਉਹ ਪੰਜਾਬ ਨੂੰ ਬਹੁਤ ਜ਼ਿਆਦਾ ਹੈ, ਕਿਉਂਕਿ ਅਸੀਂ ਕਲਚਰ ਇੰਟੈਕਟ ਕਰਕੇ ਰੱਖਣਾ ਚਾਹੁੰਦੇ ਹਾਂ। ਕਿਉਂਕਿ ਪੰਜਾਬੀਆਂ ਦਾ ਆਪਣੇ ਤਰ੍ਹਾਂ ਦਾ ਕਲਚਰ ਆ। ਠੀਕ ਹੈ, ਸੋ ਜੇ ਬਹੁਤ ਸਾਰੇ ਕਲਚਰ ਮਿਕਸ ਹੋ ਜਾਣਗੇ ਤੇ ਫਿਰ ਉਹੀ ਗੱਲ ਆ ਕਿ ਜੇ ਗਾਣੇ ਡਿਫਰੈਂਟ ਚੱਲਣ ਜਾਣਗੇ ਫਿਰ ਭੰਗੜਾ ਨਹੀਂ ਪੈਣਾ ਸਾਡੇ ਕੋਲ। ਸੋ ਅਸੀਂ ਭੰਗੜਾ ਪਾਉਣਾ ਚਾਹੁੰਦੇ। ਸੋ ਅਸੀਂ ਪੰਜਾਬੀ ਜਿਹੜਾ ਵਾ ਉਹ ਪੰਜਾਬ ਦੇ ਬੱਚਿਆਂ ਨੂੰ ਤਰਜੀਹ ਦੇ ਰਹੇ, ਬਿਕਾਜ਼ ਅਸੀਂ ਰਿਵਰਸ ਮਾਈਗ੍ਰੇਟ ਕਰਨਾ ਚਾਹੁੰਦੇ ਪੰਜਾਬ ਦੇ ਬੱਚਿਆਂ ਨੂੰ। ਜਿਹੜੇ ਬੱਚੇ ਹੁਣ ਕਰੰਟਲੀ ਚੇਨਈ 'ਚ ਜੌਬ ਕਰ ਰਹੇ ਨੇ, ਕਰੰਟਲੀ ਉਹ ਦਿੱਲੀ 'ਚ ਜੌਬ ਕਰ ਰਹੇ ਨੇ, ਕਰੰਟਲੀ ਲਖਨਊ ਚਲ ਗਏ ਨੇ, ਆਪਣੀ ਜੌਬ ਕਰਕੇ ਉਹਨਾਂ ਨੂੰ ਘਰ ਛੱਡਣਾ ਪਿਆ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੈਸਟ ਆਫ ਦਾ ਬੈਸਟ ਇੱਥੇ ਆਪਣੀ ਕੰਪਨੀ ਨੂੰ ਐਸਟੈਬਲਿਸ਼ ਕਰੀਏ, ਅੱਛੀਆਂ ਤਨਖਾਹਾਂ ਦਈਏ ਤੇ ਉਹਨਾਂ ਨੂੰ ਇੱਥੇ ਵਾਪਸ ਜਿਹੜਾ ਲੈ ਕੇ ਆਈਏ। ਅਜੇ ਵੀ ਜੇ ਤੁਸੀਂ ਮੈਨੂੰ ਪੁੱਛੋ ਤੇ ਜਿਸ ਤਰੀਕੇ ਨਾਲ ਮੈਂ ਪੰਜਾਬ ਦੇ ਬੱਚਿਆਂ ਨੂੰ ਵਾਪਸ ਪੰਜਾਬ 'ਚ ਲੈ ਕੇ ਆਉਣਾ ਚਾਹੁੰਦੀ ਹਾਂ, ਉਸ ਲਈ ਹਜੇ ਮੈਨੂੰ ਵੀ ਬੜੀ ਮਿਹਨਤ ਕਰਨ ਦੀ ਲੋੜ ਹੈ। ਹਜੇ ਮੇਰੀ ਕੰਪਨੀ ਉਸ ਲੈਵਲ 'ਤੇ ਨਹੀਂ ਪਹੁੰਚੀ ਕਿ ਮੈਂ ਪੰਜਾਬ ਦੇ ਬਿਹਤਰੀਨ ਪੰਜਾਬੀਆਂ ਨੂੰ ਬੈਂਗਲੌਰ ਤੋਂ, ਚੇਨਈ ਤੋਂ, ਕੈਨੇਡਾ ਤੋਂ ਵਾਪਸ ਸੌਫਟਵੇਅਰ ਇੰਜੀਨੀਅਰਸ ਦੀ ਗੱਲ ਕਰ ਰਹੀ ਹਾਂ ਕਿ ਉਹਨਾਂ ਨੂੰ ਇੱਥੇ ਵਾਪਸ ਲੈ ਆਈਏ। ਉਹਦੇ ਵਾਸਤੇ ਪੰਜਾਬ ਨੂੰ ਬਹੁਤ ਅੱਛੀਆਂ IT ਕੰਪਨੀਜ਼ ਐਸਟੈਬਲਿਸ਼ ਕਰਨ ਦੀ ਅੱਜ ਲੋੜ ਆ ਕਿ ਸਾਡੇ ਜਿਹੜੇ ਪੰਜਾਬੀ ਆ ਉਹ ਸੋਚ ਸਕਣ ਕਿ ਸਾਨੂੰ ਇੱਥੇ ਟਾਂਗਰੇ ਦੇ ਵਿੱਚ ਵੀ 50 ਲੱਖ ਦਾ ਪੈਕੇਜ ਮਿਲ ਸਕਦਾ। ਕੀ ਬਾਤ ਹੈ, ਬੜੀ ਵੱਡੀ ਗੱਲ ਹੈ। ਅੱਛਾ, ਅੱਜ ਕੱਲ੍ਹ ਰੁਝਾਨ ਇਹ ਹੈ, +2 ਕੀਤੀ, IELTS ਕੀਤੀ, ਬਾਹਰ ਚਲੇ ਗਏ, ਉੱਥੇ ਇੰਜੀਨੀਅਰ ਬਣੇ, ਉੱਥੇ ਜਾ ਕੇ ਜੌਬ ਕੀਤੀ। ਤੁਹਾਡੇ ਕੋਲ ਹੈ ਕੋਈ ਇੱਦਾਂ ਦੇ EMPLOYE ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ ਪਰ ਜਦੋਂ IT ਕੰਪਨੀ 'ਚ ਆਏ ਫਿਰ ਕੈਨੇਡਾ ਦਾ ਖਹਿੜਾ ਛੱਡਤਾ, ਅਮਰੀਕਾ ਦਾ ਖਹਿੜਾ ਛੱਡਤਾ, ਅੱਜ ਇੱਥੇ ਜੌਬ ਕਰ ਰਹੇ ਨੇ? ਸੋ ਛੱਡਤਾ ਤੇ ਦੇਖੋ, ਹਰ ਕੋਈ ਜਿਹੜਾ ਵਾ ਆਪਣੀ ਲਾਈਫ 'ਚ ਰਾਈਜ਼ ਕਰਨਾ ਚਾਹੁੰਦਾ। ਮੈਂ ਕਿਸੇ ਨੂੰ ਰੋਕ ਕੇ ਨਹੀਂ ਰੱਖਿਆ। ਮੈਂ ਤੇ ਇਹ ਵੀ ਕਹਿੰਦੀ ਕਿ ਜੋ ਤੁਹਾਡਾ ਦਿਲ ਕਹਿੰਦਾ ਤੁਸੀਂ ਉਹ ਕਰੋ। ਮੇਰੇ ਕਹਿੰਦਾ ਮਤਲਬ ਕਈ ਵਾਰ ਓਪਰਚੁਨਿਟੀ ਮਿਲਦੀ ਹੈ ਪਰ ਉਹਨੇ ਬਿਹਤਰ ਚੁਣਿਆ ਆਪਣਾ। ਇੱਧਰ ਪੜ੍ਹੇ ਲਿਖੇ ਬੱਚੇ ਨੇ, ਸਾਰਿਆਂ ਕੋਲ ਓਪਰਚੁਨਿਟੀਜ਼ ਤੇ ਹੈ, ਪਰ ਦੇਖੋ ਕਿ ਜੇ 120 ਬੱਚੇ ਇੱਥੇ ਅੱਜ ਬੈਠੇ ਨੇ, ਭਾਵੇਂ ਉਹਨਾਂ ਨੇ ਫਿਊਚਰ 'ਚ ਜਾਣਾ ਹੈ ਕਿ ਨਹੀਂ ਜਾਣਾ ਉਹ ਬਾਅਦ ਦੀ ਗੱਲ ਆ, ਬਟ ਕਰੰਟਲੀ ਤੇ ਉਹ ਇੱਥੇ ਆਪਣੀ ਹਰ ਓਪਰਚੁਨਿਟੀ ਛੱਡ ਕੇ ਬੈਠੇ ਨੇ, ਕਿਉਂਕਿ IT ਦੇ ਸੈਕਟਰ ਦੇ ਵਿੱਚ ਜਿਹੜੀ ਕਾਈਂਡ ਆਫ ਇੰਟੈਲੀਜੈਂਸ ਬੱਚੇ ਦੇ ਮਾਈਂਡ 'ਚ ਆ ਜਾਂਦੀ ਆ
ਉਹਦੇ ਨਾਲ ਉਹ ਕਿਸੇ ਵੀ ਕੰਟਰੀ 'ਚ ਜਾ ਸਕਦਾ ਹੈ, ਮੈਨੂੰ ਇਹ ਲੱਗਦਾ। ਸੋ ਜਾਣ ਨੂੰ ਤੇ ਹਰ ਕੋਈ ਜਾ ਸਕਦਾ ਹੈ, ਪਰ ਇੱਥੇ ਬੱਚੇ ਬੈਠੇ ਨੇ। ਆਪਾਂ ਮਿਲਣਾ ਚਾਹਾਂਗੇ ਉਹਨਾਂ ਨੂੰ। ਤਾਂ ਸਰਦਾਰ ਜੀ ਨੇ ਥੋੜਾ ਜਿਹਾ ਮਾਫੀ ਚਾਹੁੰਦੇ ਆ ਤੁਹਾਨੂੰ ਡਿਸਟਰਬ ਕੀਤਾ, ਵੀ ਕੀ ਨਾਂ ਔਰ ਕਿੱਥੋਂ ਆਉਂਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਨੂਰ ਸਿੰਘ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਤੇ ਮੇਰਾ ਸਵਾਲ, ਮੈਂ ਜਿਵੇਂ ਮੈਮ ਨਾਲ ਵੀ ਸਵਾਲ ਕਰ ਰਿਹਾ ਸੀਗਾ ਵੀ ਓਪਰਚੁਨਿਟੀਜ਼ ਹਰ ਬੱਚੇ ਨੂੰ ਮਿਲ ਜਾਂਦੀਆਂ ਜੇ ਚੰਗਾ ਪੜ੍ਹਨ ਵਾਲਾ ਹੋਵੇ। ਓਪਰਚੁਨਿਟੀ ਸੀਗੀ ਕੈਨੇਡਾ ਜਾਣ ਦੀ, ਫਿਰ ਇੱਧਰ ਕਿਵੇਂ ਇੱਧਰ ਆਏ? ਮੇਰੀ ਸ਼ੁਰੂ ਤੋਂ ਹੀ ਸੀਗਾ ਕਿ ਮੈਂ ਬਾਹਰ ਜਾ ਕੇ ਸੈਟਲ ਹੋਣਾ ਆ, ਬਿਕਾਜ਼ ਮੇਰੇ ਸਾਰੇ ਕਜ਼ਨਸ ਬਾਹਰ ਨੇ। ਤੇ ਮੇਰੀ ਸਟੋਰੀ ਥੋੜੀ ਜਿਹੀ ਡਿਫਰੈਂਟ ਆ ਕਿ ਸਾਰੀ ਤਿਆਰੀ ਹੋ ਗਈ ਸੀ ਬਾਹਰ ਜਾਣ ਦੀ, ਆਇਲਸ ਵੀ ਮੈਂ ਕਰ ਲਈ ਸੀਗੀ, ਬਟ 2021 ਦੇ ਵਿੱਚ ਕੋਵਿਡ ਕਰਕੇ ਮੇਰੇ ਫਾਦਰ ਐਕਸਪਾਇਰ ਹੋ ਗਏ। ਸੋ ਉਹਦੇ ਕਰਕੇ ਇੱਕ ਪੌਜ਼ ਆ ਗਿਆ ਕਿ ਮੈਂ ਕਿ ਕੀ ਕਰਾਂ, ਤੇ ਫਿਰ ਮੈਨੂੰ ਸੀਗਾ ਇੰਟਰਸਟ ਗ੍ਰਾਫਿਕ ਡਿਜ਼ਾਈਨਿੰਗ ਦੇ ਵਿੱਚ। ਤੇ ਮੈਂ ਸਟਾਰਟਿੰਗ 'ਚ ਨਾਂ ਤਾਂ ਬਹੁਤ ਸੁਣਿਆ ਸੀਗਾ ਸਿੰਬਾ ਗੋਟਸ ਦਾ, ਮੈਨੂੰ ਇੰਨਾ ਸੀਗਾ ਕਿ ਇੱਥੇ ਕੰਮ ਸਾਰਾ ਫੋਰਨ ਦਾ ਹੀ ਹੁੰਦਾ ਆ, ਤੇ ਮੈਨੂੰ ਬਹੁਤ ਇੱਥੇ ਜੇ ਮੈਂ ਐਕਸਪੀਰੀਅੰਸ ਕਰ ਲੈਣਾ ਮੈਨੂੰ ਬਾਹਰ ਬਹੁਤ ਫਾਇਦਾ ਹੋਊਗਾ, ਮੈਂ ਆ ਸੋਚ ਕੇ ਆਇਆ ਸੀਗਾ। ਬਟ ਮੈਂ ਇੱਥੇ ਆ ਕੇ ਦੇਖਿਆ ਤੇ ਮੈਨੂੰ ਲੱਗਾ ਨਹੀਂ ਸੀ ਕਿ ਟਾਂਗਰੇ ਦੇ ਵਿੱਚ ਕਿੱਦਾਂ ਦੀ ਕੋਈ ਚੀਜ਼ ਹੋ ਸਕਦੀ ਆ, ਕਿ ਪਿੰਡ ਵਿੱਚ ਕੀ ਹੋ ਜਾਊਗਾ ਨਾ, ਮੈਨੂੰ ਇੱਦਾਂ ਸੀਗਾ। ਬਟ ਮੈਂ ਆ ਕੇ ਦੇਖਿਆ ਤੇ ਮੈਂ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਮੈਨੂੰ ਇੱਥੇ ਕਿ ਕਿਵੇਂ ਕਿਸ ਲੈਵਲ ਦਾ ਕੰਮ ਹੋ ਰਿਹਾ ਆ। ਕੈਨੇਡਾ ਆਸਟ੍ਰੇਲੀਆ ਦੇ ਵਿੱਚ ਅਸੀਂ ਨਾ ਕਿੱਦਾਂ ਕੰਮ ਕਰ ਰਹੇ ਹਾਂ, ਤਾਂ ਉਹ ਚੀਜ਼ ਨਾਲ ਮੇਰੀ ਸਕਿੱਲ ਵੀ ਬਹੁਤ ਡਿਵੈਲਪ ਹੋਈਆਂ ਕਿ ਜਿਹੜੀ ਮੇਰੀ ਨਿਸ਼ ਹੈਗੀ ਆ ਮਤਲਬ ਗ੍ਰਾਫਿਕ ਡਿਜ਼ਾਈਨਿੰਗ, ਮੇਰੇ ਦੋਸਤ ਵੀ ਇਹੀ ਕਰ ਰਹੇ ਆ ਕੈਨੇਡਾ ਦੇ ਵਿੱਚ। ਬਟ ਹੁਣ ਜੇ ਉਹਨਾਂ ਨਾਲ ਮੈਂ ਆਪਣਾ ਲੈਵਲ ਕੰਪੇਅਰ ਕਰਾਂ ਨਾ, ਉਹ ਹੁਣ ਕੀ ਕਰ ਰਹੇ ਉੱਥੇ, ਉਹ ਡੇਲੀ ਵੇਜਿਸ 'ਤੇ ਕੰਮ ਵੀ ਕਰ ਰਹੇ ਆ। ਸੋ ਆਪਣੀ ਸਕਿੱਲ 'ਤੇ ਕੰਮ ਨਹੀਂ ਕਰ ਪਾ ਰਹੇ। ਸੋ ਹੁਣ ਜੇ ਉਹਨਾਂ ਨਾਲ ਕੰਪੇਅਰ ਕਰਾਂ ਮੈਂ ਆਪਣੀ ਸਕਿੱਲ, ਅਤੇ ਮੇਰੀ ਸਕਿੱਲ ਉਹਨਾਂ ਨਾਲੋਂ ਕਿਤੇ ਜ਼ਿਆਦਾ ਆ ਗ੍ਰਾਫਿਕ ਡਿਜ਼ਾਈਨਿੰਗ ਦੇ ਵਿੱਚ। ਬਿਲਕੁਲ ਵੱਡਾ ਚੇਂਜ ਹੈ, ਵੱਡੀ ਉਪਲਬਧੀ ਮੈਮ ਮੈਂ ਕਹਿ ਸਕਦਾ ਵੀ ਜਦੋਂ ਕਿਸੇ ਕੰਮ ਨੂੰ ਸ਼ੁਰੂ ਕਰੀਏ ਬੰਦਾ ਕਾਮਯਾਬ ਵੀ ਹੁੰਦਾ, ਪਰ ਜਦੋਂ ਲੋਕਾਂ ਦਾ ਭਵਿੱਖ ਵੀ ਨਾਲ ਬਣਦਾ ਹੋਵੇ ਫਿਰ ਮੈਨੂੰ ਲੱਗਦਾ ਖੁਸ਼ੀ ਵੀ ਬਹੁਤ ਹੁੰਦੀ ਹੈ। ਆਪਣਾ ਭਵਿੱਖ ਬੜੀ ਜੱਦੋਜਹਿਦ ਦੇ ਨਾਲ ਕਾਇਮ ਕੀਤਾ। ਫਾਦਰ ਸਾਹਿਬ ਅੱਜ ਵੀ ਚੱਕੀ ਚਲਾਉਂਦੇ ਨੇ? ਹਾਂਜੀ, ਉਹਨਾਂ ਨੂੰ ਚਲਾਉਣ ਦੀ ਲੋੜ ਤੇ ਨਹੀਂ ਹੈਗੀ, ਪਰ ਠੀਕ ਆ, ਪਹਿਲਾਂ ਖੁਦ ਚਲਾਉਂਦੇ ਸੀ, ਹੁਣ ਉਹਨਾਂ ਨੇ 1-2 ਹੈਲਪਰ ਰੱਖੇ ਹੋਏ ਨੇ। ਪਰ ਉਹ ਕੀ ਸਾਡਾ ਜਿਹੜਾ ਪੁਰਾਣਾ ਸੈਟਅਪ ਆ ਉਹ 72 ਸਾਲ ਪੁਰਾਣਾ ਸੈਟਅਪ ਆ, ਤੇ ਮੈਂ ਖੁਦ ਵੀ ਤੇ ਨਾ ਹੀ ਮੇਰੇ ਫਾਦਰ, ਸਾਨੂੰ ਉਸ ਬਿਜ਼ਨਸ ਦੀ ਕੋਈ ਇੰਨੀ ਜ਼ਿਆਦਾ ਲੋੜ ਨਹੀਂ, ਕਿਉਂਕਿ ਮੈਂ ਤੇ ਮੇਰੇ ਬ੍ਰਦਰ ਬਹੁਤ ਅੱਛਾ ਸਾਰਾ ਕੁਝ ਵਧੀਆ ਮੈਨੇਜ ਕਰ ਸਕਦੇ ਘਰ। ਪਰ ਉਹ ਜਿਹੜੀ ਜਗ੍ਹਾ ਜਿੱਥੇ ਸਾਡੀ ਚੱਕੀ ਆ ਜਾਂ ਚੱਕੀ ਖੁਦ ਆ, ਉਹ ਸਾਡੇ ਲਈ ਇੱਕ ਗੁਰਦੁਆਰੇ ਦੀ ਤਰ੍ਹਾਂ, ਅਸੀਂ ਰੋਜ਼ ਉੱਥੋਂ ਹੀ ਲੰਘ ਕੇ ਆਉਂਦੇ ਨੇ। ਤੇ ਮੈਨੂੰ ਲੱਗਦਾ ਕਿ ਇਹ ਫੋਰਐਵਰ ਜਿਹੜਾ ਸਾਡਾ ਸੈਟਅਪ ਆ ਉਹ ਇੱਦਾਂ ਹੀ ਇੱਥੇ ਟਾਂਗਰੇ 'ਚ ਦਿਖਦਾ ਰਹੇਗਾ, ਭਾਵੇਂ ਅਸੀਂ ਪੁਸ਼ਤਾਂ ਅੱਗੇ ਲੰਘ ਜਾਈਏ, ਕਿਉਂਕਿ ਅਸੀਂ ਇਸ ਚੀਜ਼ ਨੂੰ ਆਪਣਾ ਜਿਹੜਾ ਵਾ ਗੁਰਦੁਆਰਾ, ਆਪਣਾ ਮੰਦਿਰ ਮੰਨਦੇ ਹਾਂ। ਅੱਛਾ, ਆਊਟ ਆਫ ਸਟੇਟ ਹੈਗੇ ਨੇ ਇੰਪਲੋਈਜ਼ ਆਉਂਦੇ ਨੇ ਇੱਥੇ ਤੁਹਾਡੇ ਕੋਲ? ਹਾਂਜੀ, ਸੋ ਆਊਟ ਆਫ ਸਟੇਟ ਜਿਹੜੇ ਇੰਪਲੋਈਜ਼ ਆ ਉਹ ਸਾਨੂੰ ਬਹੁਤ ਹੈਲਪ ਕਰਦੇ ਲਰਨਿੰਗ ਦੇ ਵਿੱਚ, ਕਿਉਂਕਿ ਕਈ ਵਾਰੀ ਬੱਚੇ ਜਿਹੜੇ ਉਹ ਬਿਹਤਰੀਨ ਕਾਲਜਿਸ 'ਚ ਹੁੰਦੇ ਨੇ, ਕਈ ਵਾਰੀ ਬੱਚੇ ਜਿਹੜੇ ਆ ਉਹ ਵੱਖ-ਵੱਖ ਜਿਹੜੇ ਆ ਕੰਪੀਟੀਸ਼ਨਸ 'ਚ ਪਾਰਟਿਸਿਪੇਟ ਉਹ ਕਰਦੇ ਨੇ, ਵੱਖ-ਵੱਖ ਸਕੂਲਾਂ 'ਚ ਪੜ੍ਹੇ ਨੇ, ਹੋ ਸਕਦਾ ਉਹ ਪੰਜਾਬ ਤੋਂ ਵੀ ਬਿਹਤਰੀਨ ਜਿਹੜੀ ਆ ਉਹ ਜਗ੍ਹਾ 'ਤੇ ਪੜ੍ਹੇ ਹੋਣ। ਸੋ ਡਿਫਰੈਂਟ ਕੰਪਨੀਜ਼ ਉਹਨਾਂ ਨੇ ਜੌਬਸ ਕੀਤੀਆਂ ਹੁੰਦੀਆਂ ਨੇ। ਮੇਰੀ ਕੰਪਨੀ 'ਚ ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ ਕਿ ਬੜੇ ਵਧੀਆ ਕਾਲਜਿਸ ਤੋਂ ਪੜ੍ਹੇ ਨੇ, ਉਹਨਾਂ ਨੇ ਬਿਹਤਰੀਨ ਕੰਪਨੀਜ਼ ਵਿੱਚ ਕੰਮ ਕੀਤਾ, ਅਤੇ ਜਦੋਂ ਉਹ ਸਾਡੇ ਕੋਲ ਇੱਥੇ ਆਉਂਦੇ, ਸਾਨੂੰ ਚੂਜ਼ ਕਰਦੇ, ਮੋਸਟਲੀ ਸਾਨੂੰ ਸਾਡੀ ਸਟੋਰੀ ਕਰਕੇ ਚੂਜ਼ ਕਰਦੇ ਨੇ, ਕਿਉਂਕਿ ਉਹ ਸਾਡੀ ਸਟੋਰੀ ਤੋਂ ਇੰਪ੍ਰੈਸ ਨੇ। ਉਹ ਟਾਂਗਰਾ ਇੱਕ ਸੈਕਿੰਡ ਚੀਜ਼ ਆ, ਬਟ ਜਿਹੜੀ ਸਾਡੀ ਸਟੋਰੀ ਬਣੀ ਕਿ ਅਸੀਂ ਖੁਦ ਦੇ ਹੀ ਇੱਥੋਂ ਤੱਕ ਆਏ ਹਾਂ, ਉਹ ਤੋਂ ਇੰਪ੍ਰੈਸ ਹੁੰਦੇ। ਪਰ ਜਦੋਂ ਉਹ ਸਾਡੀ ਕੰਪਨੀ 'ਚ ਆਉਂਦੇ, ਅਸੀਂ ਉਹਨਾਂ ਤੋਂ ਬਹੁਤ ਸਿੱਖਦੇ ਹਾਂ। ਸੋ ਮੇਰੇ ਪਿੰਡ ਵਾਲੇ ਬੱਚੇ, ਸਮਝੋ ਕਿ ਸਾਡੇ ਪਿੰਡ ਤੋਂ 30 ਬੱਚੇ ਨੇ, ਆਸ-ਪਾਸ ਦੇ ਪਿੰਡਾਂ 'ਚੋਂ ਪਾ ਕੇ ਇੱਥੇ 50-60 ਬੱਚੇ ਨੇ। ਜਦੋਂ ਬਾਹਰ ਦੇ ਬੱਚੇ ਇੱਥੇ ਆਉਂਦੇ ਨੇ ਤੇ ਅਸੀਂ ਫਿਰ ਉਹਨਾਂ ਤੋਂ ਬਹੁਤ ਸਿੱਖਦੇ ਹਾਂ। ਨਵੀਂ ਚੀਜ਼ ਆ ਜਾਂਦੀ ਹੈ, ਨਵਾਂ ਤਰੀਕਾ ਕੋਈ ਨਾ ਕੋਈ ਆਪਾਂ ਸਿੱਖ ਸਕਦੇ ਹਾਂ। ਅੱਛਾ, HR ਨੇ ਕੰਪਨੀ ਦੇ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਕੀ ਨਾਂ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਵਿਸ਼ਾਲ ਹੈ। ਅੱਛਾ, HR ਨੇ ਜਿੰਨੇ ਵੀ ਪੰਜਾਬੀ ਦੇ ਸੰਖੇਪ ਮੈਂ ਗੱਲ ਕਰਾਂ, ਮੁਲਾਜ਼ਮਾਂ ਦੀ ਭਰਤੀ ਕਰਨੀ ਹੈ, ਕਿਹਨਾਂ ਨੂੰ ਜੌਬ ਮਿਲਣੀ, ਕਿਹਨਾਂ ਨੂੰ ਜੌਬ ਨਹੀਂ ਮਿਲਣੀ, ਸਾਰਾ ਕੁਝ ਇਹਨਾਂ ਦੇ ਥਰੂ ਹੁੰਦਾ ਹੈ। ਸਰ, ਕਿੱਥੇ ਦੇ ਰਹਿਣ ਵਾਲੇ ਔਰ ਕਿੰਨੀ ਦੇਰ? ਸਰ ਤੋਂ ਰਹਿਣ ਵਾਲਾ, ਅਤੇ ਮੈਂ ਆਲਰੇਡੀ ਜੋਬ ਕੀਤੀ ਹੈ 9 years ਦੀ ਲਾਸਟ ਕੰਪਨੀ 'ਚ, ਅਤੇ ਮੈਂ ਹਮੇਸ਼ਾ ਸੋਚਦਾ ਕਿ ਮੈਂ IT ਕੰਪਨੀ 'ਚ ਜੋਬ ਕਰਨੀ ਹੈ। ਅਤੇ ਮੈਂ IT ਕੰਪਨੀ ਬਾਰੇ ਕਾਫੀ ਸਰਚ ਕੀਤਾ ਪੰਜਾਬ 'ਚ, ਅਤੇ ਮੈਨੂੰ ਕੋਈ ਨਹੀਂ ਪਤਾ ਲੱਗਾ IT ਕੰਪਨੀਜ਼ ਦਾ ਕਿ ਇਹ ਪੰਜਾਬ 'ਚ ਨਹੀਂ ਹੈਗੀ ਆ। ਫਿਰ ਮੈਂ ਦੇਖਿਆ ਨੋਇਡਾ 'ਚ ਕਾਫੀ ਹੈ, ਬਟ ਮੇਰੀ ਫੈਮਿਲੀ ਅੰਮ੍ਰਿਤਸਰ 'ਚ ਹੈ, ਅਤੇ ਮੈਂ ਹਮੇਸ਼ਾ ਆਪਣੀ ਫੈਮਿਲੀ ਨਾਲ ਹੀ ਰਹਿਣਾ ਚਾਹੁੰਦਾ ਸੀ।
ਫਿਰ ਮੈਨੂੰ ਮਨਦੀਪ ਮੈਮ ਬਾਰੇ ਪਤਾ ਲੱਗਾ, ਸਿੰਬਾ ਕੁਆਰਟਸ ਕੰਪਨੀ ਬਾਰੇ ਪਤਾ ਲੱਗਾ ਕਿ ਇੱਕ ਟਾਂਗਰਾ ਦੇ ਵਿੱਚ ਵੀ ਆਈਟੀ ਕੰਪਨੀ ਹੈਗੀ ਹੈ, ਤੇ ਫਿਰ ਮੈਂ ਇੱਥੇ ਅਪਲਾਈ ਕੀਤਾ। ਉਹਨਾਂ ਨੇ ਕਿਹਾ ਨਹੀਂ, ਪੁੱਛਿਆ ਨਹੀਂ ਰਿਸ਼ਤੇਦਾਰਾਂ ਨੇ? ਪੁੱਛਦੇ ਤਾਂ ਹੋਣਗੇ ਵੀ ਨੌਕਰੀ ਕਿੱਥੇ ਕਰਦਾ, ਜਦੋਂ ਕਹਿੰਦਾ ਟਾਂਗਰਾ ਪਿੰਡ 'ਚ ਕਰਨਾ, ਇੱਕ ਵਾਰ ਤਾਂ ਉਹ ਵੀ ਸਵਾਲ ਕਰਦੇ ਨੇ ਵੀ ਭਾਈ ਪਿੰਡ 'ਚ ਕਿਹੜੀ ਸਰਕਾਰੀ ਨੌਕਰੀ ਤਾਂ ਨਹੀਂ ਮਿਲ ਗਈ? ਹਾਂਜੀ, ਕਾਫੀ ਪੁੱਛਦੇ ਆ ਕਿ ਟਾਂਗਰਾ 'ਚ ਵੀ ਕੋਈ ਆਈਟੀ ਕੰਪਨੀ ਹੈਗੀ ਹੈ, ਫਿਰ ਉਹਨਾਂ ਦੱਸਿਆ ਹਾਂਜੀ ਟਾਂਗਰਾ 'ਚ ਵੀ ਹੈਗੀ ਹੈ। ਤੇ ਕਾਫੀ ਮੀਨਸ ਕਿ ਉਹ ਹੁੰਦੇ ਆ ਕਿ ਉਹਨਾਂ ਨੂੰ ਕਿ ਹਾਂ ਇੰਨੇ ਛੋਟੇ ਵਿਲੇਜ 'ਚ ਵੀ ਹੋ ਕੇ ਆਈਟੀ ਕੰਪਨੀ ਚੱਲ ਰਹੀ ਹੈ। ਬਿਲਕੁਲ। ਅੱਛਾ ਮੈਮ, ਐਕਸਪੈਕਟੇਸ਼ਨਸ ਹਰ ਬੰਦਾ ਕਰਦਾ ਲਾਈਫ ਦੇ ਵਿੱਚ, ਤੁਸੀਂ ਵੀ ਬਹੁਤ ਕੁਝ ਐਕਸਪੈਕਟ ਕਰਦੇ ਹੋ, ਇੰਪਲੋਇਜ਼ ਵੀ ਬਹੁਤ ਐਕਸਪੈਕਟ ਕਰਦੇ ਨੇ ਨਾ। ਸੈਲਰੀ ਦਾ ਫਿਰ ਇੱਥੇ ਆ ਕੇ ਕੋਈ ਇਸ਼ੂ ਆਉਂਦਾ ਵੀ ਪਿੰਡ ਦੇ ਵਿੱਚ ਕੰਪਨੀ ਹੈ ਵੀ ਸੈਲਰੀ ਦਿੱਲੀ ਨਾਲੋਂ ਘੱਟ ਮਿਲੇਗੀ, ਜਾਂ ਹੋਰ ਕਿਸੇ ਸਟੇਟ ਤੋਂ ਜੇ ਕੋਈ ਇੱਧਰ ਆ ਰਿਹਾ ਤਾਂ ਸੈਲਰੀ ਦੇ ਵਿੱਚ ਪਿੰਡ ਦੇ ਵਿੱਚ ਕੰਪਨੀ ਹੈ ਉਹਦਾ ਤਾਂ ਨਹੀਂ ਫਰਕ ਪੈਂਦਾ? ਕਿਉਂਕਿ ਕੰਪਨੀ ਬੜੀ ਚੈਲੰਜਸ 'ਚ ਲੰਘਦੀ, ਸੈਲਰੀ ਅੱਗੇ ਪਿੱਛੇ ਜ਼ਰੂਰ ਹੋ ਸਕਦੀ ਆ, ਕੁਛ ਦਿਨ ਅੱਗੇ ਹੋ ਗਈ ਪਿੱਛੇ ਹੋ ਗਈ, ਬਟ ਜਿਹੜੀ ਸੈਲਰੀ ਆ ਉਹ ਅਸੀਂ ਬੈਸਟ ਹੀ ਜਿਹੜੀ ਇੱਥੇ ਪ੍ਰੋਵਾਈਡ ਕਰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਮੇਰੇ ਤੋਂ ਇੱਥੋਂ ਛੱਡ ਕੇ ਕੋਈ ਬੱਚਾ ਦਿੱਲੀ ਜਾਏਗਾ, ਚੰਡੀਗੜ੍ਹ ਜਾਏਗਾ, ਤੇ ਉਹ ਜਿਹੜਾ ਵਾ ਮੈਨੂੰ ਲੱਗਦਾ ਕਿ ਉਹਦਾ ਵੱਧ ਹੀ ਖਰਚਾ ਹੋਏਗਾ। ਠੀਕ ਹੈ, ਤੇ ਜੇ ਉਹ ਸਪੋਜ਼ ਇੱਥੇ ਉਹਨੂੰ 30,000 ਮਿਲ ਰਿਹਾ, ਉਹਨੇ ਕਿਸੇ ਕੰਪਨੀ ਨੂੰ ਇੰਪ੍ਰੈਸ ਕਰ ਵੀ ਲਿਆ ਕਿ ਮੈਂ 60 ਵਾਲਾ ਬੰਦਾ ਵਾਂ, ਤੇ ਫਿਰ ਕੰਪਨੀ ਨੂੰ ਵੀ ਪਤਾ ਲੱਗ ਜਾਏਗਾ ਕਿ ਨਹੀਂ ਇਹ 30 ਵਾਲਾ ਹੀ ਬੰਦਾ ਹੈ। ਸੋ ਮੈਨੂੰ ਇੱਦਾਂ ਲੱਗਦਾ ਕਿ ਅਸੀਂ ਹਰ ਇੱਕ ਨੂੰ ਜੋ ਵੀ ਉਹਦੀ ਐਕਸਪੀਰੀਅੰਸ ਦੇ ਹਿਸਾਬ ਨਾਲ ਬਣਦੀ ਸੈਲਰੀ ਜਿਹੜੀ ਆ ਉਹ ਦੇ ਰਹੇ ਹਾਂ, ਤੇ ਐਜ਼ ਪਰ ਕੰਪਨੀ ਸਟੈਂਡਰਡ ਦੇ ਰਹੇ ਹਾਂ, ਇੰਡਸਟਰੀ ਸਟੈਂਡਰਡਸ, ਤੇ ਐਜ਼ ਪਰ ਉਹ ਤੋਂ ਵੀ ਬੈਟਰ ਦੇ ਰਹੇ ਹਾਂ। ਬਹੁਤ ਸਾਰੇ ਬੱਚੇ ਨੇ ਜਿਹੜੇ ਕਿ ਆਪਣੇ ਸਕਿੱਲ ਕਰਕੇ ਨਹੀਂ ਪੇ ਕੀਤਾ ਜਾਂਦਾ ਉਹਨਾਂ ਨੂੰ, ਉਹਨਾਂ ਦੀ ਕਮਿਟਮੈਂਟ, ਉਹਨਾਂ ਦੀ ਲਾਇਲਟੀ, ਉਹਨਾਂ ਦਾ ਓਨੈਸਟੀ ਕੰਪਨੀ ਦੇ ਪ੍ਰਤੀ, ਇਸ ਚੀਜ਼ ਦੀ ਵੀ ਅਸੀਂ ਸੈਲਰੀ ਦਿੰਦੇ ਹਾਂ ਆਪਣੀ ਕੰਪਨੀ। ਜ਼ਰੂਰੀ ਨਹੀਂ ਕਿ ਤੁਸੀਂ ਬਸ ਗ੍ਰਾਫਿਕ ਡਿਜ਼ਾਈਨਿੰਗ ਕਰ ਸਕਦੇ ਹੋ ਤੇ ਤਾਂ ਹੀ ਤੁਹਾਨੂੰ ਸੈਲਰੀ ਮਿਲ ਰਹੀ ਆ। ਜੇ ਤੁਸੀਂ, ਕਿਉਂਕਿ ਇੱਕ ਵਧੀਆ ਸੁਭਾਅ ਇੰਪਲੋਈ ਦਾ ਅਸਲ ਚੀਜ਼ ਆ ਜਿਹੜੀ ਕਿ ਕੰਪਨੀ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਸੋ ਕੰਮ ਤੇ ਉਹ ਕਿਸੇ ਤੋਂ ਵੀ ਕਰਵਾ ਸਕਦਾ ਹੈ, ਪਰ ਜੇ ਤੁਹਾਡਾ ਸਟਾਫ ਜਿਹੜਾ ਹੈ ਸੁਭਾਅ 'ਚ ਵਧੀਆ ਨਹੀਂ ਹੋਏਗਾ, ਓਨੈਸਟ ਨਹੀਂ ਹੋਏਗਾ, ਪ੍ਰੈਜ਼ੈਂਟੇਬਲ ਨਹੀਂ ਹੋਏਗਾ, ਤੇ ਉਹ ਫਿਰ ਕੰਪਨੀ ਜਿਹੜੀ ਅੱਗੇ ਨਹੀਂ ਜਾ ਸਕਦੀ। ਤੁਸੀਂ ਭਾਵੇਂ ਜਿੰਨਾ ਮਰਜ਼ੀ ਵਧੀਆ ਹੁਣ ਤੁਸੀਂ ਵਧੀਆ ਕੁਲਚਾ ਬਣਾ ਲੈਂਦਾ ਕੋਈ, ਤੇ ਜੇ ਉਹਦਾ ਸੁਭਾਅ ਹੀ ਨਹੀਂ ਵਧੀਆ ਹੋਏਗਾ ਤੇ ਕੌਣ ਜਾਏਗਾ ਉਹਦੇ ਕੋਲ ਖਾਣ? ਬਸ ਉਹੀ ਹਿਸਾਬ ਹੈ ਕਿ ਇੱਥੇ ਜਿਹੜਾ ਵਾ ਮੇਰੀ ਇਹੀ ਕੋਸ਼ਿਸ਼ ਹੈ ਕਿ ਸੈਲਰੀਜ਼ ਬੱਚਿਆਂ ਨੂੰ ਬੈਸਟ ਦਿੱਤੀਆਂ ਜਾਣ। ਇਕੱਲੀਆਂ ਸੈਲਰੀਜ਼ ਹੀ ਨਹੀਂ, ਸਾਡੇ ਕੋਲ ਜਿਵੇਂ ਕਿ 5 ਸਾਲ ਜਿਨ੍ਹਾਂ ਨੂੰ ਕੰਪਲੀਟ ਹੋ ਜਾਂਦੇ ਸਾਡੀ ਕੰਪਨੀ ਦੇ ਵਿੱਚ, ਉਹਨਾਂ ਦੀ ਅਸੀਂ 10 ਲੱਖ ਦੀ ਇੰਸ਼ੋਰੈਂਸ ਕਰਾਉਂਦੇ ਹਾਂ, ਉਹਨਾਂ ਦੇ ਮੰਮੀ ਪਾਪਾ ਦੀ, ਬ੍ਰਦਰ ਸਿਸਟਰ ਦੀ, ਉਹਨਾਂ ਦੇ ਵਾਈਫ ਦੀ, ਹਸਬੈਂਡ ਦੀ, ਬੱਚਿਆਂ ਦੀ। ਸੋ ਇੱਕ ਗਰੁੱਪ ਇੰਸ਼ੋਰੈਂਸ ਕਰਵਾਈ ਜਾਂਦੀ ਆ। ਐਮਰਜੈਂਸੀ ਦੇ ਵਿੱਚ ਕੰਪਨੀ ਹਮੇਸ਼ਾ ਉਹਨਾਂ ਲਈ ਖੜੀ ਹੁੰਦੀ ਆ। ਉਹਨਾਂ ਨੂੰ ਇੱਕਦਮ 1 ਲੱਖ 2 ਲੱਖ ਦੀ ਲੋੜ ਪੈ ਗਈ ਤੇ ਅਸੀਂ ਜਿਹੜੇ ਹਮੇਸ਼ਾ ਅਸੀਂ ਕਦੀ ਉਹਨਾਂ ਨੂੰ ਮਨਾ ਨਹੀਂ ਕਰਦੇ। ਸੋ ਕੰਪਨੀ ਜਿਹੜੀ ਉਹ ਪੂਰੀ ਇੰਪਲੋਈਜ਼ 'ਤੇ ਫੋਕਸਡ ਆ। ਮੈਨੂੰ ਲੱਗਦਾ ਕਿ ਸਾਡੀ ਕੰਪਨੀ ਦੁਨੀਆ ਦੀ ਇੱਕ ਰੇਅਰ ਕੰਪਨੀ ਹੋਏਗੀ, ਹੋਰ ਵੀ ਬਹੁਤ ਹੋਣਗੀਆਂ, ਪਰ ਸਾਡੇ ਇੰਡੀਆ ਦੀ ਗੱਲ ਲਗਾ ਲਓ, ਪੰਜਾਬ ਦੀ ਜਾਂ ਦੁਨੀਆ ਦੀ ਗੱਲ ਲਗਾ ਲਓ, ਇੱਕ ਰੇਅਰ ਕੰਪਨੀ ਹੋਏਗੀ ਜਿਹਦਾ ਫਿਊਚਰ ਫੋਕਸ ਸਿਰਫ ਇੰਪਲੋਈਜ਼ ਹੀ ਹੋਣਗੇ। ਸੋ ਉਹ ਕਹਿੰਦੇ ਨਾ ਕਿ ਚੈਰਿਟੀ ਬਿਗਿਨਸ ਫਰੋਮ ਹੋਮ। ਠੀਕ ਹੈ, ਜੇ ਤੁਸੀਂ ਭਲਾ ਹੀ ਕਰਨਾ ਤੇ ਆਪਣੇ ਘਰੋਂ ਸ਼ੁਰੂ ਕਰੋ। ਸੋ ਮੈਂ ਆਪਣੀ ਜ਼ਿੰਦਗੀ 'ਚ ਇਹੀ ਠਾਣਿਆ ਕਿ ਜਿਹੜੇ ਲੋਕ ਮੇਰੀ ਕੰਪਨੀ ਨੂੰ ਜਿੰਨੇ ਜ਼ਿਆਦਾ ਸਾਲ ਦੇਈ ਜਾਣਗੇ, ਸੋ ਉਹਨਾਂ ਲਈ ਮੇਰੀ ਜਾਨ ਵੀ ਹਾਜ਼ਰ ਹੈ। ਅੱਛਾ ਮੈਮ, ਆਪਾਂ ਬੜੀਆਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਤਸਵੀਰਾਂ ਦੇਖਦੇ ਹਾਂ, ਵੱਡੇ ਵੱਡੇ ਇੱਥੇ ਮੰਤਰੀ ਵੀ ਆ ਕੇ ਜਾਂਦੇ ਨੇ, ਦਿੱਲੀ ਦੇ ਡਿਪਟੀ ਸੀਐਮ ਇੱਥੇ ਆ ਕੇ ਜਾਂਦੇ ਨੇ, ਪੰਜਾਬ ਦੇ ਕਈ ਮੰਤਰੀ ਆ ਕੇ ਜਾਂਦੇ ਨੇ, ਇੱਥੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਨਾਲ ਮੁਲਾਕਾਤ ਕਰਦੇ ਨੇ, ਕੇਜਰੀਵਾਲ ਹੋਰੀ ਤੁਹਾਡੇ ਲਈ ਟਵੀਟ ਕਰਦੇ ਨੇ। ਉਹ ਕਿਸ ਤਰੀਕੇ ਦਾ ਐਕਸਪੀਰੀਅੰਸ ਉਹਨਾਂ ਦੇ ਨਾਲ ਪ੍ਰੈਜ਼ੈਂਟ ਕਰਨਾ, ਜਾਂ ਮੈਂ ਸਰਕਾਰ ਦੇ ਪੱਖੀ ਕਹਾਂ, ਉਹ ਸਿਰਫ ਫੋਟੋਆਂ ਤੱਕ ਸੀਮਿਤ ਰਹਿ ਜਾਂਦਾ, ਜਾਂ ਕੋਈ ਤੁਹਾਨੂੰ ਜਾਂ ਕੰਪਨੀ ਨੂੰ ਕੋਈ ਮਦਦ ਵੀ ਮਿਲਦੀ? ਹਾਂ, ਸੋ ਉਹੀ ਕਿ ਮਦਦ ਦੀ ਮੈਨੂੰ ਐਕਸਪੈਕਟੇਸ਼ਨ ਹੀ ਨਹੀਂ ਹੈਗੀ। ਸੋ ਮਦਦ ਦੀ ਮੈਂ ਕਦੀ, ਜੇ ਮੈਂ ਜਦ ਸਾਡੀ ਕੰਪਨੀ ਤੁਹਾਨੂੰ ਲੱਗਦਾ ਹੈ ਕਿ ਕਾਬਿਲ ਆ ਤੇ ਸਾਡੀ ਮਦਦ ਕਰ ਦਿਓ। ਠੀਕ ਹੈ, ਸੋ ਮੈਂ ਪਿਛਲੀ ਵੀ ਮੇਰੀ ਇੱਕ ਇੰਟਰਵਿਊ ਹੋਈ ਸੀ, ਠੀਕ ਹੈ, ਉਹਦੇ ਵਿੱਚ ਵੀ ਮੈਂ ਕਿਹਾ ਸੀ ਕਿ ਹਾਂ ਬਈ ਪਿੰਡ ਵਿੱਚ ਬਹੁਤ ਚੈਲੰਜ ਜਿਹੜੇ ਉਹ ਆਉਂਦੇ ਨੇ। ਠੀਕ ਹੈ, ਸੋ ਮੈਂ ਤਾਂ ਇਹੀ ਕਹਾਂਗੀ ਕਿ ਉਦੋਂ ਵੀ ਮੈਂ ਇਹੀ ਸੋਚਿਆ ਕਿ ਮੇਰਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਜੇ ਵਾਕਈ ਸਰਕਾਰ ਨੂੰ ਜਾਂ ਬੈਂਕ ਨੂੰ, ਕਿਸੇ ਇਨਵੈਸਟਰ ਨੂੰ ਜੇ ਲੱਗਦਾ, ਦਿਲੋਂ ਲੱਗਦਾ, ਅੰਦਰੋਂ ਉਹਨਾਂ ਦੀ ਰੂਹ ਕਹਿੰਦੀ ਆ ਕਿ ਅਸੀਂ ਅੱਛਾ ਕੰਮ ਪਿੰਡ ਵਿੱਚ ਕਰ ਰਹੇ ਹਾਂ, ਕਿਉਂਕਿ ਸਾਡੀ ਜਾਨ ਬੜੀ ਲੱਗ ਗਈ, ਸਾਡੀ ਜ਼ਿੰਦਗੀ ਲੱਗ ਗਈ ਇਹਦੇ 'ਤੇ। ਠੀਕ ਹੈ, ਸੋ ਕਰਦੇ ਹਾਂ ਤੇ ਤੁਸੀਂ ਆਪੇ ਤੁਹਾਨੂੰ ਅੰਦਰੋਂ ਲੱਗੇਗਾ ਕਿ ਮਦਦ ਜਿਹੜੀ ਉਹਨਾਂ ਦੀ ਹੋਣੀ ਚਾਹੀਦੀ ਆ। ਬਟ ਸਾਡੀ ਕੰਪਨੀ ਜਿਹੜੀ ਆ ਉਹ ਮਦਦ ਦੀ ਆਸ 'ਤੇ ਨਹੀਂ ਖਲੋਤੀ। ਅਸੀਂ ਇੱਥੋਂ ਤੱਕ ਵੀ ਬੜੀ ਮੁਸ਼ਕਿਲ ਕਲੀਨ ਬਿਜ਼ਨਸ ਕਰਦੇ ਹੋਏ ਇੱਥੋਂ ਤੱਕ ਅਸੀਂ ਆਏ ਹਾਂ। ਸਾਨੂੰ ਆਪਣੀ ਇਮਾਨਦਾਰੀ 'ਤੇ ਬਹੁਤ ਜ਼ਿਆਦਾ ਮਾਣ ਆ ਕਿ ਅਸੀਂ ਬਹੁਤ ਹੀ ਇੱਕ ਕਲੀਨ ਬਿਜ਼ਨਸ ਕੀਤਾ ਹੈ, ਜਿਹੜਾ ਕਿ
ਮੀਡੀਆ ਸਾਹਮਣੇ ਕਹਿਣਾ ਬਹੁਤ ਔਖਾ, ਠੀਕ ਹੈ। ਸੋ ਮੈਨੂੰ ਆਪਣੀ ਜਿਹੜੀ ਟੀਮ ਆ, ਟੀਮ ਦਾ ਜਿਹੜਾ ਜੋਸ਼ ਆ, ਟੀਮ ਦਾ ਜਿਹੜਾ ਸੁਭਾਅ ਆ, ਟੀਮ ਦੇ ਜਿਹੜੇ ਡ੍ਰੀਮਸ ਆ, ਜਿਹੜਾ ਅਸੀਂ ਜਿਹੜੀ ਪਹਿਲੇ 15-20 ਬੰਦਿਆਂ ਦੀ ਟੀਮ ਜਿਹੜੀ ਬਣ ਗਈ, ਉਹਦੇ ਤੇ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ। ਮੈਂ ਇਹ ਵੀ ਤੁਹਾਨੂੰ ਕਹਿੰਦੀ ਕਿ ਮੈਂ ਨਹੀਂ ਵੀ ਹੋਵਾਂਗੀ ਇਸ ਦੁਨੀਆ ਤੇ, ਇਹ ਕੰਪਨੀ ਨਹੀਂ ਬੰਦ ਹੋ ਸਕਦੀ। ਇਹੋ ਜੀ ਟੀਮ ਆ ਸਾਡੀ। ਸਰਕਾਰੀ ਪੱਖੋਂ ਮੈਂ ਜਵਾਬ ਸਮਝ ਲਿਆ ਵੀ ਸਰਕਾਰੀ ਪੱਖੋਂ ਫੋਟਾਂ ਤੱਕ ਸੀਮਿਤ ਹੋ ਜਾਂਦੇ ਨੇ, ਪਰ ਮਦਦ ਕੋਈ ਨਹੀਂ ਕਰਦਾ। ਹਾਂ, ਨਹੀਂ ਕੋਸ਼ਿਸ਼ ਤੇ ਕਰ ਰਹੇ ਹੁਣ, ਦੇਖੋ ਕੀ ਨਿਕਲ ਕੇ ਆਂਦਾ। ਮੈਂ ਪਹਿਲਾਂ ਹੀ ਹੁਣ ਜੇ ਕਹਿਦਾ ਕਿ ਕੁਝ ਨਹੀਂ ਹੋਇਆ, ਤੇ ਜਿਹੜਾ ਕਿ ਅਜੇ ਤੱਕ ਤੇ ਨਹੀਂ ਹੋਇਆ, ਸਭ ਸਵਾਲ ਹੀ ਮੇਰਾ ਉਹਦੇ ਤੇ ਆ ਵੀ ਅੱਜ ਤੱਕ ਜਿਹੜਾ ਜਵਾਬ ਆ ਉਹ ਤੇ ਇਹੀ ਆ ਕਿ ਨਹੀਂ ਹੋਇਆ। ਕਿਉਂਕਿ ਇੱਕ ਹੁੰਦਾ ਨਾ ਕਿ ਫੋਨ ਕਰਨ ਤੇ ਕਈ ਕੰਮ ਹੋ ਸਕਦੇ ਨੇ, ਠੀਕ ਹੈ, ਪਰ ਉਹ ਪਤਾ ਨਹੀਂ, ਤੇ ਅਸੀਂ ਨਹੀਂ ਹੈਗੇ ਤਰਲੇ ਮਿੰਤਾਂ ਵਾਲੇ, ਠੀਕ ਹੈ ਨਾ। ਹੁਣ ਅੱਜ ਪੰਜਾਬੀ ਉਹੀ ਹੈ ਕਿ ਮੇਰੇ ਅੰਦਰ ਦੀ ਗੱਲ ਤੇ ਕਢਾ ਲਈ ਕਿ ਨਹੀਂ ਹੈਗੇ ਅਸੀਂ ਉਹਨਾਂ ਦੇ ਵਿੱਚੋਂ ਕਿ ਅਸੀਂ ਫੋਨ ਕਰਕੇ ਕਹੀਏ ਕਿ ਸਰ ਪਲੀਜ਼ ਕਰ ਦਿਓ ਜਾਂ ਪਲੀਜ਼ ਮੇਰੀ ਗੱਲ ਸੁਣ ਲਓ, ਠੀਕ ਹੈ। ਸੋ ਦਿਲ ਕਰਦਾ ਅੰਦਰੋਂ ਕਿ ਅਣਖ ਨਾ ਜੀਏ, ਜੋ ਕਿ ਸਾਡੀ ਪੰਜਾਬੀਆਂ ਦੀ ਪਹਿਚਾਣ ਆ, ਠੀਕ ਹੈ, ਤੇ ਕਿਰਤ ਕਰੀਏ ਤੇ ਕਿਰਤ ਦਾ ਹੀ ਸਾਨੂੰ ਜਿਹੜਾ ਵਾ ਉਹ ਫਲ ਮਿਲੇ, ਠੀਕ ਹੈ। ਸੋ ਅਸੀਂ ਜਿਹੜਾ ਵੀ ਸਾਡੇ ਸਾਡਾ ਜਿਹੜਾ ਕਲਚਰ ਆ ਜਾਂ ਅਸੀਂ ਆਪਣੇ ਗੁਰੂਆਂ ਤੋਂ ਸਿੱਖਿਆ ਵਾ, ਮੈਂ ਤੇ ਉਹਦੇ ਤੇ ਖੜੀ ਆ। ਮੈਂ ਤੇ ਮੰਨਦੀ ਆ ਕਿ ਰੱਬ ਹੈ, ਠੀਕ ਹੈ। ਸੋ ਮੈਂ ਆਈ ਐਮ ਅ ਫਰਮ ਬਿਲੀਵਰ ਆਫ ਗੋਡ, ਤੇ ਮੈਨੂੰ ਇਹ ਪਤਾ ਹੈ ਕਿ ਦਿਨ ਬਦਲਣ ਲੱਗਿਆ ਇੱਕ ਦਿਨ ਨਹੀਂ ਲੱਗਦਾ, ਠੀਕ ਹੈ ਨਾ। 1 ਘੰਟੇ 'ਚ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ। ਸੋ ਇਹ ਕੰਪਨੀ ਜਿੰਨੀ ਮਿਹਨਤ ਕਰ ਰਹੀ, ਇਸ ਦੇ ਬੱਚੇ ਜਿੰਨੇ ਅੱਛੇ ਨੇ, ਕਿਉਂਕਿ ਮੈਂ ਖੁਦ 2.5 ਸਾਲ ਜੌਬ ਕੀਤੀਆਂ, ਠੀਕ ਹੈ। ਮੈਂ 2 ਕੰਪਨੀ 'ਚ ਕੰਮ ਕੀਤਾ। ਮੈਨੂੰ ਪਤਾ ਕਿ ਸ਼ਹਿਰ ਦਾ ਕਲਚਰ, ਕਾਰਪੋਰੇਟ ਕਲਚਰ, ਬੰਬੇ ਦਾ ਕਲਚਰ, ਦੁਬਈ ਦਾ ਕਲਚਰ ਕੀ ਹੁੰਦਾ, ਉੱਥੇ ਕਿੱਦਾਂ ਲੋਕਾਂ, ਪਰ ਇੱਥੇ ਜਿਹੜੇ ਬੱਚੇ ਆ ਉਹ ਇੱਕ ਫੈਮਿਲੀ ਦੀ ਤਰ੍ਹਾਂ ਕੰਮ ਕਰ ਰਹੇ ਨੇ। ਆਪਣੀ ਮਿਹਨਤ ਦੇ ਬਲਬੂਤੇ ਤੇ ਕੰਪਨੀ ਨੂੰ 120 ਬੰਦਿਆਂ ਨੂੰ ਤਨਖਾਹ ਦੇ ਰਹੇ ਨੇ। ਆਪਣੀ ਮਿਹਨਤ ਦੇ ਬਲਬੂਤੇ ਤੇ 24 ਘੰਟੇ ਆਪਣੀ ਜ਼ਿੰਦਗੀ ਦੇ ਲਾ ਕੇ ਇਹਦੇ ਤੇ ਪੂਰੀ ਜਾਨ ਲਾ ਰਹੇ ਨੇ। ਤੇ ਸਰਕਾਰ ਹੋ ਗਈ ਜਾਂ ਇਨਵੈਸਟਰ ਹੋ ਗਿਆ, ਬੈਂਕ ਹੋ ਗਿਆ, ਮੈਨੂੰ ਦਿਖਦੇ ਹੀ ਨਹੀਂ, ਮੈਨੂੰ ਤੇ ਰੱਬ ਦਿਖ ਰਿਹਾ ਅੱਗੇ, ਠੀਕ ਹੈ। ਸੋ ਮੈਂ ਤੇ ਮੰਨਦੀ ਕਿ ਰੱਬ ਹੁੰਦਾ ਹੈ, ਤੇ ਫਿਰ ਆਪੇ ਅੱਛਾ ਸਮਾਂ ਆ ਜਾਏਗਾ। ਸਾਡੇ ਬੜੇ ਬਹੁਤ ਸਾਰੇ ਜਿਹੜੇ ਠੇਠ ਪੰਜਾਬੀ ਵੀ ਸੁਣ ਰਹੇ ਹੋਣਗੇ, ਇੱਕ ਸਵਾਲ ਸਰ ਦੇ ਮਨ 'ਚ ਹੋਣਾ ਵੀ ਤਨਖਾਹਾਂ ਮੋਟੀਆਂ ਮਿਲਦੀਆਂ ਨੇ, ਸਿੱਧੇ ਸ਼ਬਦਾਂ ਦੇ ਵਿੱਚ ਮੈਂ ਕਹਾਂ ਵੀ ਲੱਖ ਲੱਖ ਰੁਪਏ ਵਾਲੇ EMPLOYE ਵੀ ਹੈਗੇ ਨੇ। ਹਾਂਜੀ, ਬਿਲਕੁਲ ਤਨਖਾਹਾਂ ਜਿਹੜੀਆਂ ਉਹ ਅੱਛੀਆਂ ਮਿਲਦੀਆਂ। IT ਦਾ ਸੈਕਟਰ ਹੀ ਇਹ ਆ ਕਿ IT ਦੇ ਵਿੱਚ ਤੁਹਾਨੂੰ ਵਾਈਟ ਕਾਲਰ ਜੌਬਸ ਹੀ ਮਿਲਣੀਆਂ। ਦੇਖੋ IT ਇੱਕ ਐਸਾ ਫੀਲਡ ਆ ਜਿਸ 'ਚ ਬੱਚੇ ਨੂੰ ਰੋਜ਼ ਪੜ੍ਹਨਾ ਪੈਂਦਾ। ਤੁਸੀਂ ਹੁਣ ਕੁਝ ਵੀ ਸਿੱਖ ਲਿਆ, ਠੀਕ ਆ, ਤੇ ਤੁਸੀਂ ਹੋ ਸਕਦਾ ਕਿ ਤੁਹਾਡੀ ਸਰਕਾਰੀ ਜੌਬ ਆ ਜਾਂ ਤੁਸੀਂ ਕੁਝ ਵੀ ਸਿੱਖ ਲਿਆ, ਤੇ ਹੋ ਸਕਦਾ ਕਿ ਤੁਸੀਂ ਤੁਹਾਨੂੰ ਰੋਜ਼ ਮਿਹਨਤ ਨਾ ਕਰਨੀ ਪਵੇ। ਪਰ IT ਇੱਕ ਐਸਾ ਸੈਕਟਰ ਆ ਕਿ ਜਿਸ ਵਿੱਚ ਬੱਚੇ ਨੂੰ ਰੋਜ਼ ਪੜ੍ਹਨਾ ਪੈਂਦਾ, ਉਹਨੂੰ ਸਿੱਖਣਾ ਹੀ ਪੈਣਾ, ਨਹੀਂ ਤੇ ਉਹਦੀ ਗਰੋਥ ਰੁਕ ਜੇਗੀ, ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ, ਕਿਉਂਕਿ ਉਹ ਵਾਲੇ ਸੌਫਟਵੇਅਰ ਦੀ ਹੁਣ ਸਾਨੂੰ ਲੋੜ ਨਹੀਂ ਆ, ਠੀਕ ਹੈ। ਸੋ IT ਦੇ ਵਿੱਚ IT ਨੂੰ ਸਮਝਣਾ ਚਾਹੀਦਾ। ਉਹਨਾਂ ਦੀਆਂ ਤਨਖਾਹਾਂ ਜ਼ਿਆਦਾ ਹੋਣ ਦਾ ਕਾਰਨ, ਠੀਕ ਹੈ, ਇਹੀ ਆ ਕਿ ਉਹਨਾਂ ਦਾ ਦਿਮਾਗ ਬਹੁਤ ਜ਼ਿਆਦਾ ਲੱਗਦਾ, ਠੀਕ ਆ। ਉਹਨਾਂ ਨੂੰ ਓਨਾ ਹੀ ਆਰਾਮ ਚਾਹੀਦਾ। ਸੋ ਜੇ ਆਪਾਂ ਉਹਨਾਂ ਨੂੰ ਵਕਤ ਦਾ ਆਰਾਮ ਨਹੀਂ ਦੇ ਸਕਦੇ, ਤੇ ਉਹ ਪੈਸੇ ਦਾ ਆਰਾਮ ਜਿਹੜਾ ਉਹਨਾਂ ਨੂੰ ਚਾਹੀਦਾ, ਕਿਉਂਕਿ ਉਹਨਾਂ ਨੂੰ ਬਹੁਤ ਐਫਰਟ ਕਰਨਾ ਪੈਂਦਾ। ਇਟ ਇਜ਼ ਅ ਵੈਰੀ ਟਫ ਜੌਬ। ਤੁਸੀਂ ਮੈਥਮੈਟਿਕਸ, ਕੰਪਿਊਟਰਸ ਉਹਦੇ ਨਾਲ ਦਿਮਾਗ ਲਗਾ ਰਹੇ ਹੋ ਤੁਸੀਂ। ਸੋ ਇਟ ਇਜ਼ ਨਾਟ ਈਜ਼ੀ। ਇਹ ਕੋਈ ਵੀ ਦੂਸਰੀਆਂ ਜੌਬ ਵਰਗੀ ਜੌਬ ਨਹੀਂ ਆ। ਸੋ ਮੈਂ ਤੇ ਬੜੀ ਰਿਸਪੈਕਟ ਕਰਦੀ ਹਾਂ ਜਿਹੜੇ ਸੌਫਟਵੇਅਰ ਇੰਜੀਨੀਅਰਸ ਆ। ਸੋ ਆਈ ਰੀਅਲੀ ਰਿਸਪੈਕਟ ਕਿ ਉਹ ਜਿਹੜਾ ਵਾ ਅੱਛਾ ਕੰਮ ਕਰ ਰਹੇ। ਦੇਖੋ ਟੈਕਨੋਲੋਜੀ ਦੁਨੀਆ ਨੂੰ ਕਿੱਥੇ ਕਿੱਥੇ ਲੈ ਗਈ, ਫੇਸਬੁੱਕ, ਐਮਾਜ਼ੋਨ, ਬੈਸਟ TCS, ਵਧੀਆ ਤੋਂ ਵਧੀਆ ਜਿਹੜੇ ਕੰਪਨੀਜ਼ ਆ, ਦੇਖੋ ਹੈ ਨਾ ਕਿ ਕਿੰਨੇ ਫੈਮਲੀਆਂ ਨੂੰ ਸੁਧਾਰ ਰਹੀਆਂ ਨੇ। ਮੈਂ ਇੱਕ ਸਵਾਲ ਤੁਹਾਡੇ ਤੋਂ ਆਖਰੀ ਮੈਂ ਲਊਂਗਾ, ਉਸ ਤੋਂ ਪਹਿਲਾਂ ਤੁਹਾਡੇ ਪਿੰਡ ਦਾ ਕੋਈ EMPLOYE ਇੱਥੇ ਮੌਜੂਦ ਹੈ ਇਸ ਸੈਕਸ਼ਨ ਦੇ ਵਿੱਚ? ਜੇ ਕੋਈ ਪਿੰਡ ਦਾ ਕੰਮ ਤੁਹਾਡੇ, ਤਾਂ ਉਹਨਾਂ ਨਾਲ ਵੀ ਚਲੋ ਆਖਰੀ ਸਵਾਲ ਉਸ ਤੋਂ ਪਹਿਲਾਂ ਤੁਹਾਡੇ ਤੋਂ ਲੈ ਲੈਣਾ। ਇੱਕ ਸਵਾਲ ਇਹ ਸਾਰਿਆਂ ਦੇ ਮੈਨੂੰ ਲੱਗਦਾ ਵੀ ਕੰਮ ਆਏਗਾ ਸਵਾਲ, ਕਿਉਂਕਿ ਮੇਰੇ ਜ਼ਿਹਨ 'ਚ ਹੁਣ ਆਇਆ, ਇੱਥੋਂ ਪਿੰਡ ਤੋਂ 60-65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ LVU ਪੜ੍ਹਨ ਜਾਂਦੇ ਸੀਗੇ। ਸ਼ਾਮ ਸੁਭਾਵਿਕ ਤੌਰ ਦੇ ਉੱਤੇ ਪੈ ਜਾਂਦੀ ਹੋਊਗੀ, ਘਰੇ ਆ ਕੇ ਮਾੜਾ ਮੋਟਾ ਕੰਮ ਵੀ ਕਰਨਾ ਪੈਂਦਾ ਹੋਊਗਾ। ਸਟੱਡੀ ਕਿਹੜੇ ਟਾਈਮ ਕਰਦੇ ਸੀਗੇ, ਉਹ ਮੈਨੇਜਮੈਂਟ ਕਿਵੇਂ ਹੁੰਦੀ ਸੀ ਟਾਈਮ ਦੀ? ਕਿਉਂਕਿ ਇਹ ਸਵਾਲ ਮੈਂ ਤਾਂ ਪੁੱਛਿਆ, ਬਹੁਤ ਸਾਰੇ ਲੋਕ ਹੋ ਸਕਦਾ ਸੋਚ ਵਿੱਚੋਂ ਦੋਵਾਂ ਦੀ ਵੀ ਬਦਲ ਜਾਵੇ, ਪੜ੍ਹਾਈ ਦਾ ਜਾਂ ਆਪਣੀ ਮੈਨੇਜਮੈਂਟ ਜਿਹੜੀ ਟਾਈਮਿੰਗ ਦੀ ਕਰਨਾ ਚਾਹੁੰਦਾ ਹੋਵੇ, ਤਾਂ ਉਹਨਾਂ ਨੂੰ ਵੀ ਕੁਝ ਮਿਲਦੇ ਸੀ। ਹਾਂ, ਸੋ ਬਹੁਤ ਅੱਛਾ ਸਵਾਲ ਤੁਸੀਂ ਕੀਤਾ। ਸੋ ਮੇਰੀ ਜਿਹੜੀ 5 ਸਾਲਾਂ ਦੀ ਰੂਟੀਨ ਆ ਇੱਕ ਹੀ ਰਹੀ ਆ। ਮੇਰੇ ਮੰਮੀ ਪਾਪਾ ਨੇ ਮੈਨੂੰ ਬਹੁਤ ਹੈਲਪ ਕੀਤੀ ਉਹ ਰੂਟੀਨ ਨੂੰ ਮੇਨਟੇਨ ਕਰਨ ਦੀ। ਮੈਨੂੰ ਪਰ ਲਾਈਟਸ ਦਾ ਬੜਾ ਸ਼ੌਂਕ ਹੁੰਦਾ ਸੀ। ਮੈਨੂੰ ਹੁੰਦਾ ਸੀ ਮੇਰਾ ਕਮਰਾ ਜਿਹੜਾ ਜਗਮਗ ਜਗਮਗ ਕਰੇ। ਅੱਜ ਮੈਨੂੰ ਸਮਝ ਆਉਂਦੀ ਕਿ ਇੰਨੀ ਲਾਈਟਾਂ ਜਗਾਉਣ ਦੀ ਲੋੜ ਨਹੀਂ ਹੈਗੀ ਜ਼ਿੰਦਗੀ ਤੇ, ਬਟ ਮੈਨੂੰ ਹੁੰਦਾ ਸੀ ਕਿ ਸੋ ਮੈਂ ਮਾਰਨਿੰਗ ਦੇ ਵਿੱਚ ਜਿਵੇਂ ਕਿ ਟਾਈਮ 'ਤੇ ਜਾ ਕੇ ਜਦੋਂ ਮੈਂ ਵਾਪਸ ਆਉਂਦੀ ਸੀ, ਸੋ ਫਸਟ ਥਿੰਗ ਮੇਰੀ ਇਹੀ ਹੁੰਦੀ ਕਿ ਮੈਂ ਖਾਣਾ ਖਾ ਕੇ ਸੋ ਜਾਣਾ,
ਠੀਕ ਹੈ। ਸੋ ਆਉਂਦੇ ਹੀ ਮੈਂ ਖਾਣਾ ਖਾ ਕੇ ਸੋਣਾ ਤੇ ਫਿਰ ਮੈਂ 10 11 12 ਵਜੇ ਉੱਠਣਾ ਤੇ ਫਿਰ ਮੈਂ ਪੜ੍ਹਨਾ ਤੇ ਫਿਰ ਮੈਂ ਸਿੱਧਾ ਹੀ ਕਾਲਜ ਜਾਣਾ, ਫਿਰ ਨਹੀਂ ਮੈਂ ਸੋਣਾ। ਸੋ ਮੇਰੀ 5 ਸਾਲਾਂ ਦੀ ਜਿਹੜੀ ਰੂਟੀਨ ਆ ਉਹ ਇਹੀ ਰਹੀ ਆ ਤੇ ਇਹ ਰੂਟੀਨ ਮੇਰੀ ਅੱਜ ਵੀ ਬੜੀ ਹੈਲਪਫੁਲ ਆ। ਸੋ ਕਦੀ ਮੈਨੂੰ ਲੱਗੇ ਕਿ ਮੈਂ ਜ਼ਿਆਦਾ ਕੰਮ ਕਰਨਾ ਤੇ ਉਦੋਂ ਮੈਂ ਅਰਲੀ ਸੋ ਜਾਂਦੀ ਆ, ਠੀਕ ਹੈ। ਤੇ ਜਦੋਂ ਮੈਨੂੰ ਜਾਗ ਆ ਗਈ, ਜਿੱਦਾਂ 12 ਵਜੇ ਜਾਗ ਆ ਗਈ ਜਾਂ 1 ਵਜੇ ਆ ਗਈ, ਤੇ ਫਿਰ ਉਸ ਤੋਂ ਬਾਅਦ ਮੈਂ ਸਿਰਫ ਪੜ੍ਹਨਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਵਾ ਉਹ ਆਪਣਾ ਤਿਆਰ ਹੋ ਕੇ ਸਿੱਧਾ ਆਫਿਸ ਆ ਜਾਣਾ, ਵਾਕ ਕਰਨੀ, ਜੋ ਵੀ ਆਪਣਾ ਰੂਟੀਨ ਫੋਲੋ ਕਰਨਾ। ਸੋ ਉਹ ਮੇਰਾ ਇੱਕ ਆਖਰੀ ਸਵਾਲ, ਜਦੋਂ ਤੱਕ ਤੁਹਾਡੇ EMPLOYEE ਹੁੰਦੇ ਨੇ, ਆਖਰੀ ਸਵਾਲ ਹੈ, ਇੱਕ ਅੱਗੇ ਕੋਈ ਡ੍ਰੀਮ ਜਾਂ ਮਨ ਦੇ ਵਿੱਚ ਹੈ ਕੁਝ ਵੀ ਉਹ ਟੀਚਾ ਹਾਸਲ ਕਰਨਾ ਹੈ? ਇੱਕ ਬੰਦੇ ਦੇ ਕੋਈ ਨਾ ਕੋਈ ਸੋਚ ਤਾਂ ਹੁੰਦੀ ਹੈ ਕਿਤੇ ਪਹੁੰਚਣ ਦੀ, ਅੱਜ ਵੀ ਕਾਮਯਾਬ ਹੋ ਪਰ ਇਸ ਤੋਂ ਅੱਗੇ ਵੀ ਕੁਝ ਦੇਖਦੇ ਹੋ? ਸੋ ਟੀਚਾ ਜਿਹੜਾ ਮੈਂ ਹਾਸਲ ਕਰਨਾ ਚਾਹੁੰਦੀ ਉਹ ਆਲਮੋਸਟ ਨਹੀਂ, ਉਹ ਮੈਂ ਕਰ ਲਿਆ ਹੋਇਆ, ਠੀਕ ਹੈ। ਟੀਚਾ ਮੇਰਾ ਇਹੀ ਸੀ ਕਿ ਇੱਕ 6000 ਵਾਲਾ ਬੱਚਾ ਜਿਹੜਾ ਵਾ ਉਹ 60000 ਤੇ ਕਿੱਦਾਂ ਲੈ ਕੇ ਆਣਾ, ਇੱਕ 10000 ਕਮਾਉਣ ਵਾਲਾ EMPLOYEE 1 ਲੱਖ ਤੇ ਕਿੱਦਾਂ ਲੈ ਕੇ ਆਣਾ। ਸੋ ਟੀਚਾ ਜਿਹੜਾ ਵਾ ਉਹ ਮੇਰਾ ਕੰਪਲੀਟ ਹੋ ਚੁੱਕਾ, ਬਸ ਇਹਨੂੰ ਹੁਣ ਰੈਪਲੀਕਾ ਕਰਨਾ। ਇਹਦੇ ਵਰਗੇ 1000 ਬੱਚੇ ਕਿੱਦਾਂ ਬਣਾਉਣੇ ਨੇ, 10000 ਕਿਵੇਂ ਬਣਾਉਣੇ ਨੇ, ਤੇ ਪੰਜਾਬ ਜਿਹਦੇ ਵਿੱਚ ਟੈਕਨੋਲੋਜੀ ਸੈਕਟਰ ਅੱਜ ਨਹੀਂ ਹੈਗਾ, ਤੇ ਜੇ ਇਹ ਚੀਜ਼ਾਂ ਸ਼ਹਿਰਾਂ 'ਚ ਖੁੱਲੀਆਂ ਉਹਦਾ ਪ੍ਰਭਾਵ ਹੋ ਰਿਹਾ। ਪਰ ਮੇਰਾ ਇਹ ਸੁਪਨਾ ਹੈ ਕਿ ਪੰਜਾਬ ਦਾ ਜਿਹੜੇ ਐਟਲੀਸਟ 1000 ਪਿੰਡ ਹੋਣ, ਕਿ ਜਿਹੜੇ IT ਵਿਲੇजेस ਹੋਣ, ਤੇ ਜਿੰਨੇ ਸਾਡੇ ਪੰਜਾਬੀ, ਖਾਸ ਕਰਕੇ ਪੰਜਾਬੀ, ਠੀਕ ਹੈ, ਉਸ ਤੋਂ ਬਾਅਦ ਸਾਡਾ ਕੰਟਰੀ ਹੋ ਗਿਆ, ਠੀਕ ਆ, ਉਹਨਾਂ ਨੂੰ ਹੋਵੇ ਕਿ ਕਿਉਂਕਿ ਪੰਜਾਬ ਦੇ ਲੋਕਾਂ ਨੇ ਘੱਟ ਤਰੱਕੀ ਕੀਤੀ ਹੈ, ਬਹੁਤ ਕੀਤੀ ਆ, ਠੀਕ ਹੈ। MP ਬਣੇ ਹੋਏ ਨੇ ਪੰਜਾਬ ਦੇ ਲੋਕ, ਵੱਡੇ ਵੱਡੇ ਬਿਜ਼ਨਸਮੈਨ ਨੇ, ਅਮਰੀਕਾ, ਕੈਨੇਡਾ, ਠੀਕ ਹੈ, ਹਜ਼ਾਰਾਂ EMPLOYEES ਉਹਨਾਂ ਦੇ ਕੰਮ ਕਰ ਰਹੇ ਨੇ। ਜਿੰਨੀ ਸਾਡੀ ਫੋਰਨ ਕਮਿਊਨਿਟੀ ਆ, ਸਾਡੇ NRIs ਨੇ, ਠੀਕ ਆ, ਜੇ ਉਹ ਬੈਂਗਲੌਰ, ਦਿੱਲੀ, ਠੀਕ ਆ, ਤੇ ਜਾਂ ਫਿਰ ਕੋਈ ਹੋਰ ਕੰਟਰੀ ਦੀ ਜਗ੍ਹਾ ਪੰਜਾਬ ਨੂੰ ਕੰਮ ਦੇਣ ਲੱਗ ਪੈਣ, ਤੇ ਤੁਸੀਂ ਦੇਖੋ ਕਿ ਕਿੱਦਾਂ ਬਦਲਾਵ ਆਏਗਾ। ਪੰਜਾਬ ਦੇ ਹਰ ਪਿੰਡ ਦੇ ਵਿੱਚ 20 25 ਲੱਖ ਤਨਖਾਹ ਜਾਏਗੀ ਮਹੀਨੇ ਦੀ, ਠੀਕ ਹੈ। ਤੇ ਉਹ ਕਿਸ ਤਰ੍ਹਾਂ ਉਹ ਪਿੰਡ ਬਦਲਣਗੇ ਇਹਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸੋ IT ਇੱਕ ਬਹੁਤ ਹੀ ਬਿਹਤਰੀਨ ਫੀਲਡ ਹੈ, ਤੇ ਸਿਰਫ IT ਨਹੀਂ, ਇਹੋ ਜਿਹੇ ਮੈਂ ਤੁਹਾਨੂੰ 50 ਹੋਰ ਬਿਜ਼ਨਸ ਗਿਣਾ ਸਕਦੀ, ਤੇ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਮੈਂ ਇਹੋ ਜਿਹੇ ਹੋਰ ਬਿਜ਼ਨਸ ਸ਼ੁਰੂ ਕੀਤੇ ਕਿ ਜਿਹੜੇ ਪਹਿਲਾਂ ਪੰਜਾਬ 'ਚ ਇਸ ਤਰ੍ਹਾਂ ਨਹੀਂ ਹੁੰਦੇ ਸੀ। ਉਹ ਵੀ ਪੰਜਾਬ ਦੀਆਂ ਪਹਿਲੀਆਂ ਉਸ ਤਰ੍ਹਾਂ ਦੀਆਂ ਕੰਪਨੀਆਂ ਹੋਣਗੀਆਂ ਜਿਹੜੀਆਂ ਕਿ ਪਹਿਲਾਂ ਕਦੀ ਪਿੰਡਾਂ 'ਚ ਨਹੀਂ ਖੁੱਲੀਆਂ, ਠੀਕ ਹੈ। ਸੋ ਇਸ ਚੀਜ਼ 'ਤੇ ਮੈਂ ਕੰਮ ਕਰ ਰਹੀ ਕਿ ਸਿਰਫ ਵਾਈਟ ਕਾਲਰ ਜੌਬ IT 'ਚ ਨਹੀਂ, ਵਾਈਟ ਕਾਲਰ ਜੌਬ ਗ੍ਰਾਫਿਕ ਡਿਜ਼ਾਈਨਿੰਗ 'ਚ ਨਹੀਂ, ਵਾਈਟ ਕਾਲਰ ਜੌਬ ਹੋਰ ਵੀ 20 ਇਹੋ ਜਿਹੇ ਸੈਕਟਰ ਕੱਢਾਂਗੇ ਕਿ ਜਿਹਦੇ ਵਿੱਚ ਉਹਦੇ ਵਿੱਚ ਵੀ ਲੋਕ ਜਿਹੜੇ ਆ ਸਿੱਧਾ ਆਪਣੇ ਘਰੋਂ ਤੁਰ ਕੇ ਆ ਕੇ 30000 ਤਨਖਾਹ ਜਿਹੜੀ ਉਹ ਲੈ ਸਕਦੇ ਨੇ। ਇਹ ਬਹੁਤ ਇੱਕ ਖੁਸ਼ ਹਾਂ ਮੈਂ ਕਿ 10 ਸਾਲਾਂ 'ਚ ਇੱਕ ਬਿਹਤਰੀਨ ਸੋਲਿਊਸ਼ਨ ਜਿਹੜਾ ਨਿਕਲ ਕੇ ਆਇਆ, ਜਿਹਦਾ ਕਿ ਰੈਪਲੀਕਾ ਕੀਤਾ ਜਾ ਸਕਦਾ। ਬਿਲਕੁਲ। ਤਾਂ ਇੱਕ ਹੋਰ EMPLOYEE ਇਸੇ ਹੀ ਪਿੰਡ ਦੇ ਨੇ, ਤਾਂ ਟਾਂਗਰਾ ਦੇ ਰਹਿਣ ਵਾਲੇ ਹੋ? ਹਾਂਜੀ। ਉੱਥੋਂ ਮੈਨੂੰ ਲੱਗਦਾ 2-3 ਮਿੰਟ ਦੇ ਵਿੱਚ ਆਫਿਸ ਪਹੁੰਚ ਜਾਂਦੇ ਹੋ, 2-3 ਮਿੰਟ ਦੇ ਵਿੱਚ ਘਰ ਪਹੁੰਚ ਜਾਂਦੇ ਹੋ। ਜ਼ਿੰਦਗੀ ਦੇ ਵਿੱਚ ਖੁਸ਼ ਹੋ? ਅੱਜ ਵਧੀਆ ਕਮਾ ਰਹੇ ਹੋ ਪਿੰਡ ਦੇ ਵਿੱਚ? ਬਿਲਕੁਲ ਸਰ, ਬਹੁਤ ਜ਼ਿਆਦਾ ਖੁਸ਼ ਹਾਂ। ਸੋ ਬਿਲਕੁਲ ਹੀ ਨੀਅਰ ਆ ਮੇਰਾ ਘਰ ਇੱਥੋਂ, ਤੇ 6 ਇਅਰਸ ਤੋਂ ਮੈਂ ਜੌਬ ਕਰ ਰਿਹਾ ਇੱਥੇ ਮਨਦੀਪ ਮੈਮ ਦੇ ਕੋਲ ਜੀ। ਤਾਂ ਸੈਲਰੀ ਵਧੀਆ ਮਿਲਦੀ ਹੈ? ਬਿਲਕੁਲ ਸਰ, ਬਹੁਤ ਵਧੀਆ ਮਿਲਦੀ ਹੈ। ਮੈਨੂੰ ਲੱਗਦਾ ਕਿ ਜੇ ਮੈਂ ਪਿੰਡ ਤੋਂ ਸ਼ਹਿਰ ਜਾਵਾਂ ਉਨੀ ਸੈਲਰੀ ਨਹੀਂ ਮਿਲੇਗੀ, ਉੱਪਰੋਂ ਮੇਰੇ ਐਕਸਪੈਂਸ ਅਲੱਗ ਲੱਗ ਜਾਣਗੇ, ਹੈ ਨਾ। ਸੋ ਇੱਥੇ ਘਰ ਦੇ ਕੋਲ ਹੀ ਜੌਬ ਕਰ ਰਿਹਾ ਕਾਫੀ ਲੰਬੇ ਸਮੇਂ ਤੋਂ। ਐਕਸਪੈਂਸ ਵੀ ਕੋਈ ਨਹੀਂ ਮੇਰਾ, ਹੈ ਨਾ, ਕੋਈ ਖਰਚਾ ਨਹੀਂ ਆ, ਖਾਣਾ ਘਰ ਤੋਂ ਆ ਜਾਂਦਾ ਹੈ ਗਰਮ, ਬਹੁਤ ਵਧੀਆ ਹੈ ਇੱਥੇ। ਪਰਿਵਾਰ ਦੇ ਕੋਲ ਹੋ ਤਾਂ ਆਹੀ ਖੂਬਸੂਰਤੀ ਹੈ ਫਿਰ ਟਾਂਗਰਾ ਪਿੰਡ ਦੀ। ਮੈਂ ਕਹਿ ਸਕਦਾ ਇਹ ਸਾਡੀ ਭੈਣ ਅੱਜ ਮਾਣ ਹੈ ਪੂਰੇ ਹਿੰਦੁਸਤਾਨ ਦੇ ਲਈ ਨਹੀਂ ਬਲਕਿ ਵਿਦੇਸ਼ਾਂ ਤੱਕ ਵੀ। ਮੈਮ ਮਨਦੀਪ ਕੌਰ ਟਾਂਗਰਾ ਹੋਰਾਂ ਨੂੰ ਲੋਕ ਜਾਣਦੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ, ਔਰ ਇਹਨਾਂ ਦੀ ਜਿਹੜੀ ਕਾਬਲੀਅਤ ਹੈ ਉਹਦੇ ਜ਼ਰੀਏ। ਇਹਨਾਂ ਨੇ ਨਾ ਤਾਂ ਕਿਤੇ ਪ੍ਰਚਾਰ ਕੀਤਾ ਆਪਣਾ, ਨਾ ਕਿਤੇ ਮੈਨੂੰ ਲੱਗਦਾ ਕੋਈ ਮਸ਼ਹੂਰੀਆਂ ਦੇ ਬੋਰਡ ਲਾਏ ਨੇ ਬਾਹਰ। ਬਹੁਤ ਸਾਰੇ ਸਰਕਾਰੀ ਵੱਡੇ ਵੱਡੇ ਲੀਡਰ ਬਾਹਰ ਬੋਰਡ ਲਾਉਂਦੇ ਨੇ ਵੀ ਇੰਨਿਆਂ ਨੂੰ ਰੁਜ਼ਗਾਰ ਦੇਵਾਂਗੇ, ਇੰਨਿਆਂ ਨੂੰ ਪੱਕੇ ਕਰਾਂਗੇ, ਪਰ ਇੱਥੇ ਪੱਕੇ ਕਰਕੇ ਭਾਏ ਨੇ ਆਪਣੇ ਪਿੰਡ ਦੇ 25 ਤੋਂ 30 ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਪਿੰਡ ਦੇ ਵਿੱਚ ਤਨਖਾਹ ਮਿਲ ਰਹੀ ਹੈ, ਪਿੰਡ ਦੇ ਵਿੱਚ ਵਧੀਆ ਸੈਲਰੀ ਮਿਲ ਰਹੀ ਹੈ, ਔਰ ਉਹ ਚੰਗੇ ਸੈਕਟਰ ਦੇ ਵਿੱਚ ਕੰਮ ਵੀ ਕਰ ਰਹੇ ਨੇ। ਤਾਂ ਇਹ ਮਨਦੀਪ ਕੌਰ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਸਲੂਟ ਹੈ ਇੱਕ ਵਾਰ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਕਿ ਤੁਸੀਂ ਪਿੰਡ ਦੇ ਵਿੱਚ ਹੀ ਰਹਿ ਕੇ ਇੰਨਾ ਵਧੀਆ ਕੰਮ ਕਰ ਰਹੇ ਹੋ। ਸਰ ਕੀ ਨਾਂ ਤੁਹਾਡਾ ਵੀਰ ਜੀ? सर मेरा नाम अनुपम कुमार। ਕਿੱਥੋਂ ਦੇ ਰਹਿਣ ਵਾਲੇ ਹੋ? मैं बिहार का रहने वाला हूँ। ਕੀ ਬਾਤ ਆ ਭਾਈ, ਬਿਹਾਰ ਤੋਂ। ਅੱਛਾ, ਉੱਥੋਂ ਪੰਜਾਬੀ 'ਚ ਕੰਫਰਟੇਬਲ ਹੋ ਤੁਸੀਂ?
समझ सकते। अच्छा, जब आप बिहार में थे तो आपको पता चला इधर आईटी कंपनियां, तो पहली तस्वीर तो किसी बड़े शहर की आई होगी मन में? सर मैं लवली प्रोफेशनल यूनिवर्सिटी का पास आउट हूँ। तो मैं जब भी कॉलेज में था ये कंपनी प्लेसमेंट के लिए आई। तो पहले जब हम लोग कॉलेज में होते तो ड्रीम्स बहुत बड़े होते हैं कि भाई बहुत मस्त कंपनी होगी, बड़ी होगी एकदम, मल्टी मतलब 10-12 बिल्डिंग्स होंगे। तो जब मैं इधर आया, मतलब मैंने यूट्यूब्स वगैरह पे देखे, मैं इधर आया तो मैं लिटरली थोड़ा सा डिसअपॉइंटमेंट हुआ मेरे अंदर। लेकिन जब मैं इधर का इन्वायरमेंट देखा जो बहुत बढ़िया था, मतलब लीडर्स जो भी थे बिल्कुल इंस्पायरिंग थे, हमेशा मदद करते थे, तो उसके बाद मैं बिल्कुल सेट हो गया। उसके बाद खुश हो इधर? बिल्कुल बहुत खुश। जब गांव से फोन आता है मैं काम कर रहा हूँ, वो भी हैरान होते होंगे फिर तो? नहीं, मतलब ऐसे तो हैरान नहीं होते, उनको बस ये काम है कि मतलब अच्छे से काम करे बस। तो ऐसा कुछ भी नहीं है, मतलब मज़ा बहुत आता है। वो मम्मी को भी बताता हूँ, वो भी बहुत खुश होते हैं कि चलो काम करो बस अच्छे से। पंजाबियों के साथ कैसे मैं मतलब पहले जब मैं कॉलेज में था तो उधर पे पंजाबी लोगों के साथ ज़्यादा इंटरेक्शन नहीं होता था। अभी इधर पे मेरे पंजाबी बहुत सारे दोस्त हैं, उनके साथ पंजाबी में बात भी करता हूँ। हालांकि जब मैं बात करता हूँ थोड़े बहुत सिंटेक्स एरर आते हैं, लेकिन दोस्तों के साथ चल जाता है। ਤਾਂ ਬਿਲਕੁਲ ਇਹ ਦੇਖੋ, ਕੋਈ ਕੈਨੇਡਾ ਜਾਣਾ ਚਾਹੁੰਦਾ ਸੀਗਾ, ਤਿਆਰ ਸੀਗੇ, ਆਇਲਸ ਵੀ ਕਰ ਲਈ ਸੀ, ਛੱਡ ਦਿੱਤਾ। ਇੱਥੇ ਜਦੋਂ ਕੰਪਨੀ ਦੇ ਵਿੱਚ ਆਏ ਤਾਂ ਇੱਥੇ ਦੇ ਹੀ EMPLOYE ਹੋ ਕੇ ਰਹਿ ਗਏ, ਕਿਉਂਕਿ ਵਧੀਆ ਫੈਸਿਲਿਟੀ, ਵਧੀਆ ਤਨਖਾਹ ਤੇ ਵਧੀਆ ਜਿਹੜੀ ਜ਼ਿੰਦਗੀ ਬਸਰ ਹੋਣ ਲੱਗ ਗਈ। ਬਿਹਾਰ ਦਾ ਰਹਿਣ ਵਾਲਾ ਬਾਈ ਆ, ਦਿੱਲੀ, ਨੋਇਡਾ, ਯੂਪੀ ਨੂੰ ਛੱਡ ਕੇ ਅੱਜ ਪੰਜਾਬ ਦੇ ਵਿੱਚ, ਪੰਜਾਬ ਦੇ ਪਿੰਡ ਟਾਂਕਰਾ ਦੇ ਵਿੱਚ ਜੌਬ ਕਰ ਰਿਹਾ। ਬਾਈ ਨੇ ਦੱਸਿਆ ਕਿ ਪਿੰਡ ਦਾ ਨੌਜਵਾਨ ਵੀ ਇੱਥੇ ਨੌਕਰੀ ਕਰ ਰਿਹਾ, ਦੂਸਰੇ ਜ਼ਿਲ੍ਹੇ ਤੋਂ ਆ ਕੇ ਵੱਡੇ ਸ਼ਹਿਰ ਨੂੰ ਛੱਡ ਕੇ, ਅੰਮ੍ਰਿਤਸਰ ਵਰਗੇ ਸ਼ਹਿਰ ਨੂੰ ਛੱਡ ਕੇ ਇੱਥੇ ਆ ਕੇ ਨੌਕਰੀ ਕਰ ਰਿਹਾ। ਤਾਂ ਵਾਕਈ ਕਾਬਿਲੇ ਤਾਰੀਫ ਹੈ ਔਰ ਵੱਡਾ ਸੁਨੇਹਾ ਉਹਨਾਂ ਲੋਕਾਂ ਦੇ ਲਈ, ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਅੱਜ ਵੀ ਧੀਆਂ ਨੂੰ ਬੋਝ ਸਮਝਦੇ ਨੇ, ਅੱਜ ਵੀ ਧੀਆਂ ਨੂੰ ਕਮਜ਼ੋਰ ਸਮਝਦੇ ਨੇ। ਇਹੀ ਪੰਜਾਬ ਦੀ ਧੀ ਹੈ ਜਿਹਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਵੀ ਫੈਨ ਨੇ, ਜਿਹਦੇ ਅਰਵਿੰਦ ਕੇਜਰੀਵਾਲ ਹੁਣੀ ਜਿਨ੍ਹਾਂ ਦੇ ਬਾਰੇ ਟਵੀਟ ਕਰਦੇ ਨੇ, ਮਨੀਸ਼ ਸਿਸੋਦੀਆ ਹੁਣੀ ਹਰ ਰੋਜ਼ ਦੂਜੇ ਤੋਂ ਤੀਜੇ ਦਿਨ ਉਹਨਾਂ ਦੀ ਇੱਕ ਵੀਡੀਓ ਹੁੰਦੀ ਹੈ ਜਿਹਦੇ ਵਿੱਚ ਮਨਦੀਪ ਕੌਰ ਟਾਂਗਰਾ ਹੋਣਾ ਦਾ ਜ਼ਿਕਰ ਹੁੰਦਾ ਹੈ। ਤਾਂ ਬਹੁਤ ਸਾਰੇ ਇੰਸਪੀਰੇਸ਼ਨਲ ਇਹਨਾਂ ਦੀਆਂ ਸਪੀਚਿਸ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਸੁਣਦੇ ਹੋ, ਸਮਾਜ ਸੇਵਾ ਦਾ ਕੰਮ ਵੀ ਕਰਦੇ ਨੇ। ਫਿਲਹਾਲ ਤੁਹਾਨੂੰ ਇੰਟਰਵਿਊ ਕਿੱਦਾਂ ਦਾ ਲੱਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕੈਮਰਾਮੈਨ ਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਟਾਂਗਰਾ।